ਅੱਜ ਦੀ ਖਾਸ ਪ੍ਰੈਸ ਕਾਨਫਰੰਸ ਉਸ ਮੁੱਦੇ ਦੇ ਉੱਤੇ ਜਿਹਦੇ ਉੱਤੇ ਦੁਨੀਆ ਦੀ ਨਜ਼ਰਾਂ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇੱਕ ਕੰਪਲੇਂਟ ਕੀਤੀ ਗਈ ਸੀ ਕਿ ਦਿੱਲੀ ਦੇ ਵਿੱਚ ਜਿਹੜੀ 2002 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਲੈ ਕੇ ਛੇੜਛਾੜ ਔਰ ਉਹਦੇ ਵਿੱਚ ਜਿਹੜੀਆਂ ਕਿਤਾਬਾਂ ਛਪਾਈਆਂ ਗਈਆਂ ਸੀ ਲਗਾ ਮਾਤਰਾਵਾਂ ਨੂੰ ਛੇੜ ਕੇ ਸਰਦਾਰ ਅਵਤਾਰ ਸਿੰਘ ਹਿੱਤ ਦੇ ਖਿਲਾਫ ਅਸੀਂ ਸਾਡਾ ਡੈਲੀਗੇਸ਼ਨ ਜਥੇਦਾਰ ਅਕਾਲ ਤਖਤ ਸਾਹਿਬ ਕੋਲ ਜਾ ਕੇ ਉਹਦੀ ਕੰਪਲੇਂਟ ਕੀਤੀ ਸੀ ਔਰ ਲਗਾਤਾਰ ਸਾਡੀ ਉਹਨਾਂ ਦੇ ਨਾਲ ਰਾਬਤਾ ਰਿਹਾ, ਇਸ ਬਾਰੇ ਜਵਾਬ ਮੰਗਦੇ ਰਹੇ ਆ। ਕੱਲ ਸ਼ਾਮ ਉਹਨਾਂ ਨੇ ਜਵਾਬ ਸ਼੍ਰੀ ਅਕਾਲ ਤਖਤ ਸਾਹਿਬ ਨੇ ਦਿੱਤਾ ਔਰ ਉਹਦੇ ਵਿੱਚ ਉਹਨਾਂ ਨੇ ਸ਼ਬਦਾਵਲੀ ਦੇ ਵਿੱਚ ਕਿਧਰੇ ਨਾ ਕਿਧਰੇ ਉਹਨਾਂ ਲੋਕਾਂ ਨੂੰ ਜਿਹੜੇ ਮੁੱਖ ਦੋਸ਼ੀ ਸੀ ਉਹਨਾਂ ਨੂੰ ਵੀ ਸੇਵ ਕਰਦੇ ਹੋਏ ਇੱਕ ਜਵਾਬ ਦਿੱਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਕੰਪਲੇਂਟ ਆਈ ਹੈ ਉਹਦੇ ਵਿੱਚ ਵੇਮਰਾਜ ਭਾਨੂ ਮੂਰਤੀ ਪਾਸੋਂ ਤਿਆਰ ਕਰਵਾਏ ਗਏ ਗੁਰਬਾਣੀ ਪ੍ਰੋਜੈਕਟ ਖਿਲਾਫ ਕਾਰਵਾਈ ਕਰਨ ਸੰਬੰਧੀ ਸ਼ਿਕਾਇਤ ਦੇ ਦਸਤਾਵੇਜ਼ ਦਿੱਤੇ ਗਏ ਸਨ। ਉਹਨਾਂ ਨੇ ਸਾਰੀ ਗੱਲ ਵੇਮਰਾਜ ਭਾਨੂ ਮੂਰਤੀ ਤੇ ਪਾਉਂਦੇ ਹੋਏ ਇਹ ਗੱਲ ਦੱਸੀ ਕਿ ਉਸ ਸਮੇਂ ਦੇ ਜਥੇਦਾਰ ਸਾਹਿਬ ਨੇ ਸਿੰਘ ਸਾਹਿਬਾਨ ਨੇ ਉਸ ਵਕਤ ਦੇ ਪ੍ਰਧਾਨ ਮੌਜੂਦਾ ਪ੍ਰਧਾਨ ਔਰ ਉਸ ਤੋਂ ਬਾਅਦ ਲਗਾਤਾਰ ਇਹ ਜਿਹੜੀ ਬਾਣੀ ਦੇ ਵਿੱਚ ਛੇੜਛਾੜ ਕਰਨ ਵਾਲੇ ਸਾਰੇ ਪ੍ਰਧਾਨ ਜਿਨ੍ਹਾਂ ਦੇ ਟੈਨਿਓਰ ਦੇ ਵਿੱਚ ਇਹ ਕੰਮ ਚੱਲਦਾ ਰਿਹਾ ਉਹਨਾਂ ਨੂੰ ਉਸ ਸਮੇਂ ਦੇ ਜਥੇਦਾਰ ਸਰਦਾਰ ਜੋਗਿੰਦਰ ਸਿੰਘ ਜੀ ਵਿਦਾਂਤੀ ਸਾਹਿਬ ਨੇ ਇਹ ਤਨਖਾਹ ਲਾਈ ਸੀ ਔਰ ਰਿਕਾਰਡ ਦੇ ਹਿਸਾਬ ਦੇ ਨਾਲ ਜਿੱਥੇ ਤੱਕ ਸਾਨੂੰ ਪਤਾ ਚੱਲ ਰਿਹਾ ਕਿ ਜਿਨ੍ਹਾਂ ਲੋਕਾਂ ਦੇ ਉੱਤੇ ਤਨਖਾਹ ਲਗਾਈ ਗਈ ਅੱਜ ਤੱਕ ਉਹਨਾਂ ਨੇ ਤਨਖਾਹ ਭੁਗਤੀ ਨਹੀਂ। ਉਹਨਾਂ ਨੇ ਆਪਣੇ ਇਹਦੇ ਵਿੱਚ ਲਿਖਿਆ ਕਿ ਸ਼੍ਰੀ ਭਾਨੂ ਮੂਰਤੀ ਵੱਲੋਂ ਗੁਰਬਾਣੀ ਦੇ ਕੀਤੇ ਗਏ ਲਿਪੀ ਅੰਤਰਣ ਨਾਲ ਗੁਰਬਾਣੀ ਦੀ ਹੋਈ ਬੇਅਦਬੀ ਅਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਪੁੱਜੀ ਠੇਸ ਦੇ ਮੱਦੇ ਨਜ਼ਰ ਸਰਦਾਰ ਅਵਤਾਰ ਸਿੰਘ ਹਿੱਤ ਜਿਹਨੂੰ ਪਹਿਲੇ ਵੀ ਕਈ ਵਾਰ ਤਨਖਾਹਾਂ ਲੱਗ ਚੁੱਕੀਆਂ ਉਸ ਤੋਂ ਬਾਅਦ ਵੀ ਲੱਗਦੀਆਂ ਆ ਰਹੀਆਂ, ਸਾਬਕਾ ਪ੍ਰਧਾਨ ਪ੍ਰਹਲਾਦ ਸਿੰਘ ਚੰਦੋਕ ਤੇ ਸਰਦਾਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਤਨਖਾਹ ਲਾਈ ਜਾਂਦੀ ਹੈ ਅਤੇ ਉਹਨਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਆਦੇਸ਼ ਦਿੱਤਾ ਜਾਂਦਾ ਹੈ ਕਿ ਉਹ ਇਹਨਾਂ ਦੇ ਇਲਾਵਾ ਹੋਰ ਵੀ ਇਹਨਾਂ ਦੇ ਮੈਂਬਰ ਨੇ ਆਦੇਸ਼ ਦਿੱਤਾ ਜਾਂਦਾ ਹੈ ਕਿ ਉਹ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਪੁੱਜੀ ਠੇਸ ਅਤੇ ਗੁਰਬਾਣੀ ਦੀ ਹੋਈ ਬੇਅਦਬੀ ਦੇ ਮੁੱਦੇ ਨਜ਼ਰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋ ਕੇ ਕੜਾ ਪ੍ਰਸ਼ਾਦ ਦੀ ਭੇਟਾ ਕਰਵਾਉਣ ਉਪਰੰਤ ਭੁੱਲਾਂ ਦੀ ਖਿਮਾ ਜਾਂਚਨਾ ਕਰਨ ਦੇ ਆਦੇਸ਼ ਅਰਦਾਸ ਕਰਨ। ਇਹ 27/9/2005 ਨੂੰ ਤਨਖਾਹ ਲਾਈ ਗਈ। ਉਹਦੇ ਵਿੱਚ ਸਰਦਾਰ ਪਰਮਜੀਤ ਸਿੰਘ ਸਰਨਾ ਦਾ ਨਾਮ ਹੈ ਔਰ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਜਿਸ ਪ੍ਰਧਾਨ ਨੇ ਆਪਣੇ ਟੈਨਿਓਰ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਚੈਲੰਜ ਕਰਕੇ ਰੱਖਿਆ, 2-2 ਸੰਗਰਾਂਦਾਂ 2-2 ਗੁਰਪੁਰਬਾਂ ਮਨਾਈਆਂ, ਦਿੱਲੀ ਦੇ ਵਿੱਚ ਨਹੀਂ ਦੇਸ਼ ਦੀ ਦੁਨੀਆ ਦੇ ਵਿੱਚ ਇਹਨਾਂ ਨੇ ਭੰਬੜ ਪੂਸਾ ਪਾਈ ਰੱਖਿਆ ਔਰ ਮਹਾਰਾਜ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਿਆ ਔਰ ਇਸ ਸਮੇਂ ਦੇ ਵਿੱਚ 27/9/2005 ਤੋਂ ਤਨਖਾਹ ਲੱਗੀ ਹੋਈ ਹੈ। ਅੱਜ ਤੱਕ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਆਪਣੀ ਤਨਖਾਹ ਨਹੀਂ ਭੁਗਤਾਈ। ਸੋ ਕੌਮ ਦੇ ਵਿੱਚ ਅੱਜ ਵੀ ਇਹ ਤਨਖਾਹੀਏ ਦੇ ਤੌਰ ਤੇ ਘੁੰਮ ਰਿਹਾ ਔਰ ਇਹਨਾਂ ਨੂੰ ਕੋਈ ਇਸ ਗੱਲ ਦੀ ਸ਼ਰਮ ਨਹੀਂ ਹੈ ਔਰ ਕਿਸੇ ਚੀਜ਼ ਦਾ ਲਿਹਾਜ਼ ਨਹੀਂ ਹੈ ਕਿ ਜਿਸ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਕਦੀ ਇਹ ਦੂਸਰੇ ਲੋਕਾਂ ਦੇ ਖਿਲਾਫ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਮਗਰ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਇਹਨਾਂ ਨੇ ਕਦੀ ਆਪਣੀ ਭੁੱਲ ਨਹੀਂ ਬਖਸ਼ਾਈ। ਔਰ ਦੂਜੀ ਹੈਰਾਨੀ ਦੀ ਗੱਲ ਕਿ ਇੰਨਾ ਵੱਡਾ ਮੁੱਦਾ ਹੋਏ ਜਿੱਥੇ ਅੱਜ ਪੂਰਾ ਪੰਥ ਇਕੱਠਾ ਕਰਕੇ ਧਰਮਿੰਦਰ ਸਿੰਘ ਆਨੰਦ ਵਰਗੇ ਨੂੰ ਜਿੱਥੇ ਤਨਖਾਹ ਲਾਈ ਜਾਂਦੀ ਹੈ, ਦੂਜੇ ਪਾਸੇ ਇੱਕ ਮੈਂ ਸਮਝਦਾ ਕਿ ਸਰਕਾਰੀ ਦਫ਼ਤਰ ਦੀ ਫਾਈਲ ਵਰਗਾ ਇਹ ਜਿਹੜਾ ਹੁਕਮਨਾਮਾ ਦਰਜ ਕੀਤਾ ਗਿਆ, ਫਾਈਲ ਦਬਾ ਦਿੱਤੀ ਗਈ ਔਰ ਜਿਨ੍ਹਾਂ ਨੇ ਇਹਦੀ ਸ਼ਿਕਾਇਤ ਕੀਤੀ ਸੀ ਉਸ ਸੰਸਥਾ ਤੱਕ ਨੂੰ ਵੀ ਨਹੀਂ ਦੱਸਿਆ ਗਿਆ ਕਿ ਇਹ ਤਨਖਾਹ ਲੱਗੀ ਹੈ। ਕੋਈ ਮੀਡੀਆ ਦਾ ਭਰਾ ਸਾਡਾ ਖੜੇ ਹੋ ਕੇ ਦੱਸ ਦੇਵੇ ਕਿ ਜੀ ਮੇਰੇ ਕੋਲੋਂ ਜਾਂ ਮੇਰੇ ਬਜ਼ੁਰਗਵਾਰ ਜਾਂ ਸਾਡੇ ਮੀਡੀਆ ਚੈਨਲ ਵਿੱਚ ਕਦੀ ਇਹੋ ਜਿਹੀ ਖਬਰ ਆਈ ਹੋਏ, ਕਿਸੇ ਪ੍ਰੈਸ ਨੂੰ ਪਤਾ ਹੋਏ ਕਿ ਬਈ ਇਹਨਾਂ ਨੂੰ ਉਸ ਸਮੇਂ ਦੇ ਵਿੱਚ ਤਨਖਾਹ ਲੱਗੀ ਹੈ,
किसी ਨੂੰ ਵੀ ਨਹੀਂ ਪਤਾ ਚੱਲਿਆ। ਇੱਥੋਂ ਸਾਫ਼ ਪਤਾ ਚੱਲਦਾ ਹੈ ਕਿ ਅਵਤਾਰ ਸਿੰਘ ਹਿੱਤ ਵਰਗੇ ਨੂੰ ਅੱਜ ਤੋਂ ਨਹੀਂ, ਸ਼ੁਰੂ ਤੋਂ ਬਾਦਲ ਪਰਿਵਾਰ ਬਚਾਉਂਦਾ ਆ ਰਿਹਾ। ਉਸ ਪਰਿਵਾਰ ਦੀ ਚਾਕਰੀ ਜਿਹੜੀ ਹਮੇਸ਼ਾ ਕਰਦਾ ਰਿਹਾ ਔਰ ਇੱਕ ਪੇਡ ਇੰਪਲੋਈ ਸਰਨਾ ਸਾਹਿਬ ਦਾ ਬਣ ਕੇ ਨੇ ਜਿਹੜਾ ਕੰਮ ਕੀਤਾ, ਹਮੇਸ਼ਾ ਕੌਮ ਨੂੰ ਧਰੋ ਕਮਾਇਆ। ਮੈਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇਸ ਮਹਾਨ ਪਵਿੱਤਰ ਸਥਾਨ ਤੋਂ ਅਕਾਲ ਤਖਤ ਸਾਹਿਬ ਤੋਂ ਕਈਆਂ ਨੂੰ ਫਕਰੇ ਕੌਮ ਦਾ ਖਿਤਾਬ ਦੇ ਕੇ ਐਲਾਨ ਕੀਤਾ ਗਿਆ, ਪੰਥ ਰਤਨ ਦਾ ਦਿੱਤਾ ਗਿਆ। ਮਗਰ ਇਸ ਬੰਦੇ ਨੂੰ ਜਿਹੜਾ ਅਫੈਂਡਡ ਕ੍ਰਿਮੀਨਲ ਹੈ, ਜਿਹਨੂੰ ਲਗਾਤਾਰ ਤਨਖਾਹਾਂ ਲੱਗਦੀਆਂ ਆ ਰਹੀ ਹੈ ਔਰ ਇਹ ਤਨਖਾਹ ਇੱਕ ਜਿਹੜੀ ਗੁਪਤ ਰੱਖੀ ਹੋਈ ਹੈ, ਮੈਂ ਸਮਝਦਾ ਕਿ ਇਸ ਆਦਮੀ ਨੂੰ, ਅਵਤਾਰ ਸਿੰਘ ਹਿੱਤ ਨੂੰ ਵੀ ਗੱਦਾਰੇ ਕੌਮ ਦਾ ਖਿਤਾਬ ਵੀ ਜ਼ਰੂਰ ਦਿੱਤਾ ਜਾਣਾ ਚਾਹੀਦਾ। ਇਹੋ ਜਿਹੇ ਬੰਦੇ ਨੂੰ ਜਿਹੜਾ, ਤਾਂ ਕਿ ਕੌਮ ਦੇ ਵਿੱਚ ਆਉਣ ਵਾਲੇ ਲੋਕਾਂ ਨੂੰ ਡਰ ਰਵੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਖਿਲਵਾੜ ਕਰਨਾ ਚਾਹੀਦਾ। ਔਰ ਸਰਦਾਰ ਪਰਮਜੀਤ ਸਿੰਘ ਸਰਨੇ ਨੂੰ ਫੌਰਨ ਤਲਬ ਕਰਕੇ ਉਸ, ਕਿਉਂਕਿ ਪਿਛਲੇ 17 ਸਾਲ ਤੋਂ ਜਿਹੜਾ ਤਨਖਾਹੀਆ ਦੇ ਰੂਪ ਦੇ ਵਿੱਚ ਕੌਮ ਦੇ ਵਿੱਚ ਵਿਚਰ ਰਿਹਾ, ਅਸੀਂ ਉਹਨੂੰ ਵੀ ਤਨਖਾਹ ਲਾਣੀ ਚਾਹੀਦੀ ਹੈ। ਇਹਦੇ ਉੱਤੇ ਕੋਰ ਸੰਗਿਆਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਰਨਾ ਚਾਹੀਦਾ। ਮੈਂ ਸਮਝਦਾ ਕਿ ਇਹੋ ਜਿਹੇ ਲੋਕ ਅੱਜ ਜਿਹੜੇ ਕਤਰ ਹੋਏ ਨੇ, ਇਕੱਠੇ ਹੋ ਕੇ ਆਪਣੇ ਆਪ ਨੂੰ ਕਦੀ ਕਿਸੇ ਮੁੱਦੇ ਦੇ ਉੱਤੇ ਕਹਿੰਦੇ ਆ ਅਸੀਂ ਇਕੱਠੇ ਹੋਏ ਆ। ਬੜੀ ਹੈਰਾਨੀ ਦੀ ਗੱਲ ਹੋਈ ਹੈ, ਕੱਲ੍ਹ ਵੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਚਾਰੋਂ, ਇਹ ਆਪਣੇ ਆਪ ਨੂੰ ਸਾਬਕਾ ਪ੍ਰਧਾਨ ਕਹਿਣ ਵਾਲੇ, ਇਹ ਚਾਰੋਂ ਉੱਥੇ ਇਕੱਠੇ ਬੈਠੇ ਹੈ ਔਰ ਨਾਲ ਆਪਣੀ ਮੀਟਿੰਗ ਦੇ ਵਿੱਚ ਸਰਦਾਰ ਮਨਜੀਤ ਸਿੰਘ ਜੀਕੇ ਵੀ ਉਹਦੇ 'ਚ ਕਹਿ ਰਹੇ ਹੈ ਕਿ ਜੀ ਸਾਡੇ ਕਈ ਵਖਰੇਵੇ ਹੈ, ਮਗਰ ਅਸੀਂ ਅੱਜ ਸਕੂਲਾਂ ਦੇ ਮੁੱਦੇ ਦੇ ਉੱਤੇ ਇਕੱਠੇ ਆ। ਥੋੜ੍ਹੇ ਦਿਨ ਪਹਿਲੇ ਕਹਿੰਦੇ ਸੀ ਕਿ ਅਸੀਂ ਪੰਥ ਦੇ ਮੁੱਦਿਆਂ ਦੇ ਉੱਤੇ ਇਕੱਠੇ ਆ। ਜੇ ਜਦ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਮੁੱਦੇ ਹੀ ਪੰਥਕ ਨੇ, ਸਕੂਲਾਂ ਦੇ ਐਜੂਕੇਸ਼ਨ ਵੀ ਇੱਕ ਗੁਰੂ ਪੰਥ ਦੀ ਬਹੁਤ ਵੱਡੀ ਜਿਹੜੀ ਮੈਂ ਸਮਝਦਾ ਜ਼ਿੰਮੇਵਾਰੀ ਹੈ, ਤੇ ਫਿਰ ਤੁਹਾਡਾ ਵਖਰੇਵਾ ਕਿਸ ਗੱਲ ਦਾ ਰਿਹਾ? ਏਸੀ ਕਾਨਫਰੰਸ ਹਾਲ ਦੇ ਵਿੱਚ ਤੁਹਾਡੇ ਉੱਤੇ ਕਿਰਪਾਨਾਂ ਕਿਉਂ ਮਾਰੀਆਂ ਗਈਆਂ? ਤੁਹਾਡੇ ਆਪਸ ਦੇ ਵਿੱਚ ਜਿਹੜੇ ਵਖਰੇਵੇ ਸੀ, ਤੁਹਾਡਾ ਕੋਈ ਵਖਰੇਵਾ ਨਹੀਂ ਹੈ। ਤੁਸੀਂ ਹਮੇਸ਼ਾ ਗੁਰੂ ਘਰ ਦੀਆਂ ਜਿਹੜੀਆਂ ਸੇਵਾਵਾਂ ਨੇ ਉਹਨੂੰ ਸੱਤਾ ਹਾਸਿਲ ਕਰਨ ਵਾਸਤੇ, ਤੁਸੀਂ ਕਬਜ਼ੇ ਕਰਨ ਵਾਸਤੇ ਇੱਕ ਦੂਜੇ ਦੇ ਖਿਲਾਫ ਰਹੇ ਹੋ। ਅੱਜ ਤੁਹਾਨੂੰ ਅੱਜ ਸੰਗਤ ਨੇ ਨਕਾਰਤਾ ਤੇ ਅੱਜ ਤੁਸੀਂ ਚਾਰੋਂ ਇਕੱਠੇ ਹੋ ਗਏ। ਔਰ ਜਥੇਦਾਰ ਅਵਤਾਰ ਸਿੰਘ ਹਿੱਤ ਵਰਗਾ ਬੰਦਾ ਜਿਹੜਾ ਉੱਥੇ ਬੈਠ ਕੇ ਇਹ ਕੰਮ ਕਹਿ ਰਿਹਾ ਹੋਵੇ, ਗੱਲ ਸ਼ਬਦਾਵਲੀ ਆਪਣੀ ਵਰਤ ਰਿਹਾ ਹੋਵੇ, ਜਿਹੜੇ ਸਕੂਲਾਂ ਦੇ ਉੱਤੇ ਮੇਰੇ ਇੱਕ ਵੀਰ ਨੇ ਤੁਹਾਡੇ 'ਚੋਂ ਹੀ ਕੱਲ੍ਹ ਸਵਾਲ ਕੀਤਾ ਸੀ ਕਿ ਉਹਦੇ ਵਿੱਚ ਹਿੱਤ ਸਾਹਿਬ ਨੂੰ ਕਿ ਜਿਹੜਾ ਸਕੂਲ ਹੈ ਹਰੀਨਗਰ ਦਾ, ਤੁਹਾਡੇ ਉੱਤੇ ਇਲਜ਼ਾਮ ਲੱਗਦੇ ਔਰ ਉੱਥੇ ਵੀ ਉਹਨੇ ਬੈਠ ਕੇ ਚਾਰਾਂ ਦੀ ਮੌਜੂਦਗੀ ਦੇ ਵਿੱਚ, ਉਹਦੇ ਵਿੱਚ ਹਰਵਿੰਦਰ ਸਿੰਘ ਸਰਨਾ ਵੀ ਬੈਠੇ ਆ, ਪਰਮਜੀਤ ਸਿੰਘ ਸਰਨਾ ਵੀ ਬੈਠੇ ਔਰ ਮਨਜੀਤ ਸਿੰਘ ਜੀਕੇ ਵੀ ਬੈਠਾ। ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਉਹ ਸਕੂਲ ਤੇ ਮੇਰਾ ਹੈ। ਮੈਂ ਸਮਝਦਾ ਕਿ ਅਗਰ ਇਹ ਗੱਲ ਸਰਦਾਰ ਸਰਨਾ ਸਾਹਿਬ, ਤੁਸੀਂ ਇੰਨੇ ਕੁ ਆਪਣੇ ਬੰਦਿਆਂ ਨੂੰ ਵੀ ਦੱਸ ਦੇਵੋ ਕਿ ਅਗਰ ਤੁਸੀਂ ਇਸ ਬੰਦੇ ਦੀ ਗੱਲ ਦੀ ਪ੍ਰੋੜਤਾ ਕਰਦੇ ਹੋ ਤੇ ਤੁਹਾਨੂੰ ਉਸ ਵਕਤ ਚੁੱਪ ਨਹੀਂ ਰਹਿਣਾ ਚਾਹੀਦਾ ਸੀ, ਜੇ ਅਗਰ ਪ੍ਰੋੜਤਾ ਨਹੀਂ ਕਰਦੇ। ਔਰ ਅਗਰ ਤੁਹਾਡੀ ਚੁੱਪੀ ਇਸ ਗੱਲ ਦੀ, ਮੈਂ ਸਮਝਦਾ ਕਿ ਬਿਲਕੁਲ ਹਾਮੀ ਭਰਦੀ ਹੈ ਕਿ ਤੁਸੀਂ ਵੀ ਕਹਿੰਦੇ ਹੋ ਕਿ ਇਹ ਅਵਤਾਰ ਸਿੰਘ ਹਿੱਤ ਦਾ ਸਕੂਲ ਹੈ। ਇਹ ਲੋਕਾਂ ਨੂੰ ਸਪਸ਼ਟ ਕਰੋ ਕਿ ਤੁਹਾਡੇ ਲੋਕਾਂ ਦਾ ਅੱਜ ਸਟੈਂਡ ਕੀ ਹੈ, ਕਿਉਂਕਿ ਮਨਜੀਤ ਸਿੰਘ ਜੀਕੇ ਦਾ ਸਟੈਂਡ ਪਤਾ ਸੀ ਕਿ ਅਵਤਾਰ ਸਿੰਘ ਹਿੱਤ ਨੂੰ ਉਹਨੇ ਆਪਣੇ ਸਮੇਂ ਦੇ ਵਿੱਚ ਉਹ ਸਹੂਲਤਾਂ ਦਿੱਤੀਆਂ, ਜਿਹੜੇ ਹਰੀਨਗਰ ਸਕੂਲ ਦੀ ਗੱਲ ਕੀਤੀ ਔਰ ਬੜੀਆਂ ਡੀਂਗਾਂ ਮਾਰੀਆਂ ਕੱਲ੍ਹ ਅਵਤਾਰ ਸਿੰਘ ਹਿੱਤ ਨੇ ਕਿ ਸਕੂਲ ਸਾਨੂੰ ਦੇ ਦਿਓ, ਅਸੀਂ ਚਲਾ ਕੇ ਦਿਖਾਵਾਂਗੇ। ਮੈਂ ਸੰਗਤ ਜੀ ਤੁਹਾਡੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਅਵਤਾਰ ਸਿੰਘ ਹਿੱਤ ਜਿਹਨੂੰ ਮਾਤਰ 130 ਬੱਚਿਆਂ ਦਾ ਸਕੂਲ ਦਿੱਤਾ ਸੀ ਮਨਜੀਤ ਸਿੰਘ ਜੀਕੇ ਨੇ, ਸਿਰਫ 130 ਬੱਚਿਆਂ ਦਾ, ਔਰ ਉਹਦੇ ਵਿੱਚ 50 ਸਟਾਫ ਦੇ ਬੰਦੇ ਇਸ ਬੰਦੇ ਨੇ ਰੱਖੇ ਆ। 130 ਬੱਚਾ ਤੇ 50 ਉਹਦੇ ਵਿੱਚ ਸਟਾਫ ਰੱਖਿਆ। ਜਿਹੜਾ ਬੰਦਾ ਕਹਿੰਦਾ ਕਿ ਮੈਂ ਦਿੱਲੀ ਦੇ 12 ਸਕੂਲ ਚਲਾ ਸਕਦਾ, ਇਸ ਤੋਂ ਫੇਲੀਅਰ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਅੱਜ ਤੱਕ ਨਹੀਂ ਹੋਇਆ। ਮਗਰ ਉਹਦੀ ਗੱਲ ਸੁਣੋ, ਜਿਹੜਾ ਕਹਿ ਰਿਹਾ ਕਿ ਮੈਂ 130 ਬੱਚਿਆਂ ਦਾ ਸਕੂਲ ਜਿਹੜਾ ਚਲਾ ਨਹੀਂ ਸਕਿਆ, ਔਰ ਉਸ ਸਕੂਲ ਨੂੰ ਚਲਾਉਣ ਵਿੱਚ 2013 ਤੋਂ ਲੈ ਕੇ ਤੇ 2019 ਤੱਕ ਪ੍ਰਧਾਨ ਰਹਿੰਦੇ ਹੋਏ ਸਰਦਾਰ ਮਨਜੀਤ ਸਿੰਘ ਜੀਕੇ ਨੇ 7,80,92,178 ਰੁਪਈਆ ਦਿੱਲੀ ਕਮੇਟੀ ਦੇ ਵੱਲੋਂ ਔਰ ਵੱਖਰੇ ਅਦਾਰਿਆਂ ਤੋਂ ਇਸ ਸਕੂਲ ਨੂੰ ਦਿੱਤਾ। 7,80,92,000 ਇਹ ਮਹੀਨੇ ਦੀ ਜਿਹੜੀ ਇੰਸਟਾਲਮੈਂਟਾਂ ਤਨਖਾਹਾਂ ਦੇ ਰੂਪ ਦੇ ਵਿੱਚ, ਔਰ ਜਿਹੜੇ ਪੈਸੇ ਸਰਦਾਰ ਮਨਜੀਤ ਸਿੰਘ ਜੀਕੇ ਨੂੰ ਜਿਹੜਾ ਇਹ ਕੈਸ਼ ਕਢਾ ਕੇ ਦਿੰਦਾ ਰਿਹਾ, ਔਰ ਆਪਣੀ ਵਾਈਫ ਦੇ ਨਾਮ ਦੇ ਉੱਤੇ ਰਾਮਗੜੀਆ ਬੈਂਕ ਦੇ ਵਿੱਚ 10-10 ਲੱਖ ਰੁਪਏ ਦੀਆਂ ਐਫਡੀਆਂ ਕਰਾਉਂਦਾ ਚਲਾ ਗਿਆ। ਇਹ ਸਰਦਾਰ ਅਵਤਾਰ ਸਿੰਘ ਹਿੱਤ ਦੀ ਕਾਰਜਗੁਜ਼ਾਰੀ ਰਹੀ ਆਪਣੇ ਸਮੇਂ ਦੇ ਵਿੱਚ। ਕੱਲ੍ਹ ਇਹਨਾਂ ਨੇ ਜਿਹੜੇ ਸਕੂਲਾਂ ਦੇ ਉੱਤੇ ਵੀ ਗੱਲ ਕੀਤੀ ਹੈ, ਸਕੂਲਾਂ ਦੇ ਉੱਤੇ ਕਿ ਵੀ ਅਸੀਂ ਇਕੱਠਾ ਵੀ ਕਰ ਸਕਦੇ ਹਾਂ, ਅਸੀਂ ਪੈਸੇ ਵੀ ਦੇ ਦਿਆਂਗੇ। ਮੈਂ ਸਮਝਦਾ ਕਿ ਜਿਨ੍ਹਾਂ ਨੇ ਗੁੰਮਰਾਹ ਕੀਤਾ ਸੰਗਤ ਨੂੰ, ਸਰਦਾਰ ਪਰਮਜੀਤ ਸਿੰਘ ਸਰਨਾ ਕਹਿ ਰਿਹਾ ਜੀ ਕਿ ਅਸੀਂ 130 ਕਰੋੜ ਛੱਡ ਕੇ ਗਏ, ਜਾਂ ਜਿੰਨੇ ਵੀ ਫਿਗਰ
ਤੇ ਇਹ ਜਵਾਬ ਤੁਸੀਂ ਤੁਹਾਡੇ ਨਾਲ ਸੱਜੀ ਬਾਂਹ ਤੁਹਾਡੀ ਸੀਟ ਤੇ ਬੈਠਾ ਤੁਸੀਂ ਮਨਜੀਤ ਸਿੰਘ ਜੀਕੇ ਕੋਲ ਕਿਉਂ ਨਹੀਂ ਪੁੱਛ ਰਹੇ ਬਈ ਤੂੰ ਉਹ ਪੈਸੇ ਕਿੱਥੇ ਕੀਤਾ। ਅੱਜ ਤੁਸੀਂ ਸਾਡੇ ਤੇ ਸਵਾਲ ਕਰ ਰਹੇ ਹੋ। ਮੈਨੂੰ ਬੜੀ ਹਾਸੀ ਆ ਰਿਹਾ ਸੀ, ਸਰਦਾਰ ਮਨਜੀਤ ਸਿੰਘ ਜੀਕੇ ਕਹਿੰਦਾ ਜੀ ਇਹਨਾਂ ਦੀਆਂ ਜਾਇਦਾਦਾਂ ਜ਼ਬਤ ਕਰ ਲੈਣੀ ਚਾਹੀਦੀਆਂ। ਮੈਂ ਬਿਲਕੁਲ ਇਸ ਗੱਲ ਦੀ ਹਾਮੀ ਭਰਦਾ ਕਿ ਜਿਸ ਬੰਦੇ ਨੇ ਗੁਰੂ ਘਰ ਦਾ ਵਿੱਚ ਧਰੋ ਕਮਾਇਆ ਹੋਏ, ਜਿਸ ਬੰਦੇ ਨੇ ਗੁਰੂ ਘਰ ਦਾ ਇੱਕ ਆਨਾ ਵੀ ਲੈ ਕੇ ਗਿਆ ਹੋਏ, ਉਹਦੀ ਬਿਲਕੁਲ ਜਾਂਚ ਹੋਣੀ ਚਾਹੀਦੀ ਹੈ ਔਰ ਉਹਨੂੰ ਸੰਗਤ ਨੂੰ ਮਿਲਾ ਕੇ ਜੂਤੇ ਮਾਰਨੇ ਚਾਹੀਦੇ ਨੇ। ਮੈਂ ਸਮਝਦਾ ਕਿ ਜਿਹੜੀ ਲੜਾਈ ਅਸੀਂ ਕੋਟਾਂ 'ਚ ਲੈ ਗਏ ਆ, ਜਿਹਦੇ ਕਰਕੇ ਆਪਣੇ ਆਪ ਨੂੰ ਬਚਾਉਂਦੇ ਰਹੇ ਮਨਜੀਤ ਸਿੰਘ ਜੀਕੇ, ਅੱਜ ਉਹਨੂੰ ਇਹ ਜਵਾਬ ਸੰਗਤ ਦੇਣੀ ਚਾਹੀਦੀ ਹੈ ਔਰ ਜੂਤੇ ਮਾਰ ਕੇ ਇਹੋ ਜਿਹੇ ਬੰਦਿਆਂ ਕੋਲੋਂ ਸਵਾਲ ਲੈਣੇ ਚਾਹੀਦੇ ਹੈ। ਕੱਲ੍ਹ ਨਾਲ ਉਹਨਾਂ ਨੇ ਇੱਕ ਗੱਲ ਕਹੀ ਜੀ ਕਿ ਮੈਂ 6th ਪੇ ਕਮਿਸ਼ਨ ਦਾ ਦੇਣਾ ਚਾਹੁੰਦਾ ਸੀ, ਮਗਰ ਮੈਨੂੰ ਉਸ ਵਕਤ ਸਿਰਸੇ ਨੇ ਰੋਕਤਾ। ਮੈਂ ਸਰਦਾਰ ਮਨਜੀਤ ਸਿੰਘ ਜੀਕੇ ਨੂੰ ਪੁੱਛਣਾ ਚਾਹੁੰਦਾ, ਲੋਕਾਂ ਨੂੰ ਪੱਲੇਦਾਰ ਤਾਂ ਤੁਸੀਂ ਕਹਿੰਦੇ ਹੋ, ਤੇ ਸਿਰਸਾ ਅਗਰ ਇੰਨਾ ਸਟਰੋਂਗ ਸੀ ਤੁਹਾਡੇ ਹੁੰਦੇ ਉੱਥੇ ਬੈਠੇ ਹੋਏ, ਫਿਰ ਤੁਸੀਂ ਕਾਹਦੀ ਪ੍ਰਧਾਨਗੀ ਕਰਦੇ ਰਹੇ? ਔਰ ਜੇ ਤੁਹਾਡੇ ਨਹੀਂ ਸੁਣੀ ਜਾ ਰਹੀ ਸੀ ਤੇ ਫਿਰ ਇਸ ਗੱਲ ਦਾ ਵੀ ਜਵਾਬ ਤੁਸੀਂ ਸੰਗਤ ਨੂੰ ਦੇ ਦਿੰਦੇ ਕਿ ਜਿਹੜਾ 51 ਲੱਖ ਰੁਪਈਆ ਤੁਸੀਂ ਕੱਢ ਕੇ ਕਿਸੇ ਸੰਸਥਾਵਾਂ ਨੂੰ ਦਿੱਤਾ ਬਿਨਾਂ ਕਿਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੀ ਨੌਲੇਜ ਦੇ, ਉਹ ਵੀ ਕਿਆ ਤੁਹਾਨੂੰ ਕਿਸੇ ਨੇ ਉਸ ਵਕਤ ਨਹੀਂ ਰੋਕਿਆ? ਤੁਸੀਂ ਅੱਜ ਗੱਲ ਸਿਰਸੇ ਨੂੰ ਰੋਕਣ ਦੀ ਗੱਲ ਕਰ ਰਹੇ ਹੋ। 51 ਲੱਖ ਰੁਪਈਆ ਤੁਸੀਂ ਇੱਕ ਸੰਸਥਾ ਨੂੰ ਦਿੱਤਾ, ਜਿਹੜਾ ਪਹਿਲੇ ਤੁਸੀਂ ਇੱਥੇ ਬੈਠ ਕੇ ਮੇਰੇ ਕੋਲ ਪ੍ਰੈਸ ਕਾਨਫਰੰਸ ਕਰਾਈ ਸੀ ਕਿ 51 ਲੱਖ ਰੁਪਈਆ ਅਸੀਂ ਬੈਂਕ ਦੇ ਵਿੱਚ ਡਿਪੋਜ਼ਿਟ ਕਰਾਤਾ। 4 ਦਿਨਾਂ ਬਾਅਦ ਤੁਸੀਂ ਇੱਕ ਰਸੀਦ ਲੈ ਕੇ ਆ ਗਏ ਕਿ ਜੀ ਇਹ 51 ਲੱਖ ਰੁਪਏ 51 ਲੱਖ 65 ਹਜ਼ਾਰ, ਜਿਹੜਾ ਵੀ 1 ਲੱਖ ਦੀ 1 ਲੱਖ ਡਾਲਰ ਦੀ ਕਰੰਸੀ ਬੰਦੀ ਸੀ ਉਸ ਵਕਤ ਦੀ, ਤੁਸੀਂ ਇਹ ਕਹਿਤਾ ਕਿ ਇਹ ਅਸੀਂ ਇਹ ਫਲਾਣੀ ਸੰਸਥਾ ਨੂੰ ਦਿੱਤਾ। 47 ਲੱਖ ਰੁਪਏ ਦੇ ਤੁਸੀਂ ਬਿੱਲ ਬਣਾਤੇ ਨਕਲੀ। ਤੁਸੀਂ ਉਸ ਵਕਤ ਤੁਹਾਨੂੰ ਇਹ ਨਹੀਂ ਹੋਇਆ ਕਿ ਤੁਸੀਂ ਕਿਸੇ ਮੈਂਬਰ ਨਾਲ ਕਿਸੇ ਨਾਲ ਗੱਲ ਕਰੋ। 19 ਲੱਖ ਰੁਪਏ ਦੀਆਂ ਤੁਸੀਂ ਫਰਵਰੀ ਦੇ ਮਹੀਨੇ ਦੇ ਵਿੱਚ ਬਰਫਾਂ ਦੇ ਬਿੱਲ ਪਾਉਂਦੇ ਰਹੇ ਹੋ, ਤਦ ਤੁਸੀਂ ਨਹੀਂ ਪਰਵਾਹ ਕੀਤੀ। ਜਦ ਸਕੂਲ ਦੇਣ ਦੀ ਵਾਰੀ ਆਈ ਤੇ ਤੁਹਾਨੂੰ ਸਰਸੇ ਨੇ ਰੋਕਤਾ। ਇਹ ਲੋਕਾਂ ਨੂੰ ਗੁੰਮਰਾਹ ਕਰਨਾ ਜੀਕੇ ਸਾਹਿਬ ਬੰਦ ਕਰੋ। ਲੋਕ ਤੁਹਾਡੇ ਬਾਰੇ ਬੜੀ ਚੰਗੀ ਤਰੀਕੇ ਜਾਣਦੇ ਕਿ ਤੁਸੀਂ ਤੁਹਾਡੀ ਔਰ ਤੁਹਾਡੇ ਪਰਿਵਾਰ ਦੀ ਕੀ ਮੋਟਿਵ ਸਪਰਿੰਡੀ ਰਹੀ ਹੈ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ। ਇਸੇ ਕਰਕੇ ਤੁਹਾਨੂੰ ਸੰਗਤ ਨੇ ਨਕਾਰਿਆ। ਔਰ ਜਿਹੜੇ ਸਰਨਾ ਸਾਹਿਬ ਦੀ ਮੈਂ ਗੱਲ ਕਰ ਰਿਹਾ, ਇਹ ਸਰਨਾ ਸਾਹਿਬ ਵੀ ਜਵਾਬ ਦੇ ਦੇਣ ਕਿ ਜਿਹੜੇ 130 ਕਰੋੜ ਦੀ ਉਹ ਗੱਲ ਕੀਤੀ ਹੈ ਮਨਜੀਤ ਸਿੰਘ ਜੀਕੇ ਦਾ, ਉਹ ਹਿਸਾਬ ਲਿਆ ਕਿ ਨਹੀਂ ਲਿਆ? ਕਿਉਂਕਿ ਜਿਸ ਦਿਨ ਮਨਜੀਤ ਸਿੰਘ ਜੀਕੇ ਪ੍ਰਧਾਨਗੀ ਛੱਡ ਕੇ ਨਹੀਂ ਗਿਆ, ਇੱਥੋਂ ਕੱਢਿਆ ਸਾਰੀ ਕਮੇਟੀ ਨੇ ਉਹਨੂੰ, ਉਸ ਵਕਤ ਦਾ ਜਿਹੜਾ ਫਾਈਨੈਂਸ਼ੀਅਲ ਸਟੇਟਸ ਹੈ ਉਹ ਵੀ ਤੁਹਾਡੇ ਅੱਗੇ ਅਸੀਂ 2 ਦਿਨਾਂ 'ਚ ਲਿਆਵਾਂਗੇ, ਕਿਉਂਕਿ ਸਕੂਲਾਂ ਕੋਲ ਕਲੈਕਟ ਕਰਨਾ ਸੀ। ਮੇਰਾ ਮੁੱਦਾ ਅੱਜ ਦਾ ਜਿਹੜੀ ਪ੍ਰੈਸ ਕਾਨਫਰੰਸ ਦਾ ਸੀ ਉਹ ਅਕਾਲ ਤਖਤ ਸਾਹਿਬ ਦੇ ਹੁਕਮ ਦਾ, ਔਰ ਅਕਾਲ ਤਖਤ ਸਾਹਿਬ ਨੂੰ ਅਸੀਂ ਇਹ ਬੇਨਤੀ ਕਰਾਂਗੇ ਕਿ ਇਹ ਜਿਹੜਾ ਦੋਸ਼ੀ ਜਵਾਬ ਦਿੱਤਾ ਤੁਹਾਡਾ ਹਰ ਜਿਹੜਾ ਹੁਕਮ ਹੈ ਅਸੀਂ ਸਿਰ ਮੱਥੇ ਮੰਨਾਂਗੇ। ਮਗਰ ਜਿਹੜੇ ਬੰਦੇ ਨੇ 2005 ਤੋਂ ਲੈ ਕੇ ਅੱਜ ਤੱਕ 17 ਸਾਲ ਤੱਕ ਤੁਹਾਡੇ ਅਕਾਲ ਤਖਤ ਸਾਹਿਬ ਦੇ ਦਿੱਤੇ ਹੁਕਮ ਦੀ ਪਾਲਣਾ ਨਹੀਂ ਕੀਤੀ, ਉੱਥੇ ਜਾ ਕੇ ਇੱਕ ਦੇਗ ਕਰਾਣੀ ਕਿ ਉੱਥੇ ਜਾ ਕੇ ਭੁੱਲ ਬਖਸ਼ਾਉਣ ਵਾਸਤੇ ਅਰਦਾਸ ਨਹੀਂ ਕੀਤੀ, ਉਸ ਬੰਦੇ ਨੂੰ ਅੱਜ ਕੌਮ ਦੇ ਵਿੱਚ ਤੁਸੀਂ ਖੜਾ ਨਾਲ ਕਰਤਾ। ਔਰ ਉਹ ਜਥੇਬੰਦੀ ਨਾਲ ਚਲਾ ਰਹੀ ਹੈ ਜਿਹਨੂੰ ਅਸੀਂ ਸਾਰੇ ਸ਼੍ਰੋਮਣੀ ਕਹਿੰਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਾਹਿਬ ਜਿਨ੍ਹਾਂ ਨੂੰ ਅੱਜ ਅਪੀਲਾਂ ਕਰ ਰਹੇ ਨੇ ਕਿ ਸਰਨਾ ਸਾਹਿਬ ਸਾਡੇ ਵਾਸਤੇ ਇਹ ਕੰਮ ਕਰ ਦਿਓ, ਸਾਡੇ ਕੋਲ ਪ੍ਰਧਾਨ ਮੰਤਰੀ ਕੋਲ ਸਮਾਂ ਲੈ ਦਿਓ। ਸੋ ਮੈਂ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਆਪਣੀ ਜ਼ਿੰਮੇਵਾਰੀ ਸਮਝਣ, ਇਸ ਗੱਲ ਦਾ ਸੰਗਿਆਨ ਲੈਣ ਕਿ ਜਿਨ੍ਹਾਂ ਬੰਦਿਆਂ ਨੇ ਅਕਾਲ ਤਖਤ ਸਾਹਿਬ ਦੇ ਨਾਲ ਧਰੋਹ ਕਮਾਇਆ, ਅਕਾਲ ਤਖਤ ਸਾਹਿਬ ਨੂੰ ਕੁਝ ਨਹੀਂ ਸਮਝਿਆ ਪਿਛਲੇ 17 ਸਾਲ ਤੋਂ, ਉਹਨਾਂ ਨੂੰ ਵੀ ਇਹੋ ਜਿਹੀਆਂ ਕਮੇਟੀਆਂ ਤੁਸੀਂ ਹਿੱਸਾ ਪਾ ਕੇ ਜਿਸ ਤਰੀਕੇ ਦੇ ਨਾਲ ਇਸ ਮੂਵਮੈਂਟ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੁਹਾਡੇ ਵੀ ਕਿਧਰੇ ਨਾ ਕਿਧਰੇ ਜਵਾਬਦਾਰੀ ਜ਼ਰੂਰ ਬਣਦੀ ਹੈ। ਸੋ ਅੱਜ ਦਾ ਇਹ ਮੁੱਦਾ ਸੀ, ਇਹਦੇ ਉੱਤੇ ਕਿਸੇ ਨੇ ਵੀ ਸਵਾਲ ਜਵਾਬ ਕਰਨਾ ਹੋਏ, ਕਿਉਂਕਿ ਬਹੁਤ ਜ਼ਿਆਦਾ ਐਲੀਗੇਸ਼ਨਸ ਇੱਕ ਦੂਜੇ 'ਤੇ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਔਰ ਮੈਂ ਇੱਕ ਗੱਲ ਵੀ ਦੱਸਣਾ ਚਾਹੁੰਦਾ, ਕੱਲ੍ਹ ਵੈਲੀ ਵੈਸੇ ਤਾਂ ਮੈਂ ਸਮਝਦਾ ਨਹੀਂ ਕਿ ਅਵਤਾਰ ਸਿੰਘ ਹਿੱਤ ਦੀ ਗੱਲ ਦਾ ਕੋਈ ਜਵਾਬ ਦੇਣਾ ਚਾਹੁੰਦਾ, ਉਹਨੇ ਮਗਰ ਕੰਟੀਨਿਊਸ ਆਪਣੀ ਗੱਲ 'ਚ ਕੀਤੀ ਕਿ 2013 ਤੋਂ ਲੈ ਕੇ ਅੱਜ ਤੱਕ ਹਰਮੀਤ ਸਿੰਘ ਕਾਲਕਾ ਸਕੂਲ ਦਾ ਚੇਅਰਮੈਨ ਰਿਹਾ। ਮੈਂ ਉਹਨਾਂ ਦੀ ਗੱਲ ਦਾ ਬੁਰਾ ਨਹੀਂ ਮੰਨਦਾ, ਕਿਉਂਕਿ ਇਸ ਉਮਰ ਵਿੱਚ ਜਾ ਕੇ ਸਠਿਆਣਾਪਣ ਜ਼ਰੂਰ ਆ ਜਾਂਦਾ ਹੈ। ਸਰਦਾਰ ਅਵਤਾਰ ਸਿੰਘ ਹਿੱਤ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ 2013 ਤੋਂ ਲੈ ਕੇ ਜਦ ਜਿੱਤ ਕੇ ਆਏ ਸੀ 2015 ਤੱਕ ਸਰਦਾਰ ਮਨਜੀਤ ਸਿੰਘ ਦਾ ਚਹੇਤਾ ਸਰਦਾਰ ਗੁਰਵਿੰਦਰ ਸਿੰਘ ਚੇਅਰਮੈਨ ਸੀ ਐਜੂਕੇਸ਼ਨ ਦਾ। ਇਹ ਸਾਰੀਆਂ ਪਾਲਿਸੀਆਂ ਉਹਨਾਂ ਨੇ ਬਣਵਾਈਆਂ, ਨਾਲ ਇਹਨਾਂ ਦੇ ਪੁਰਾਣੇ ਸਾਬਕਾ ਜਨਰਲ ਸਕੱਤਰ ਕੁਲਮੋਹਨ ਸਿੰਘ ਨੇ ਬੈਠ ਕੇ। ਦਾਸ ਨੂੰ ਜਿਹੜੀ ਜ਼ਿੰਮੇਵਾਰੀ ਮਿਲੀ 2015 ਤੋਂ ਲੈ ਕੇ 2017 ਤੱਕ, ਔਰ 2017 ਤੋਂ ਬਾਅਦ ਸਰਦਾਰ ਪਰਮਜੀਤ ਸਿੰਘ ਸਰਨਾ ਦੇ ਜਿਹੜੇ ਕੈਂਡੀਡੇਟ ਰਹੇ ਨੇ ਸਰਦਾਰ ਕੁਲਵੰਤ ਸਿੰਘ ਬਾਠ, ਉਹਨਾਂ ਨੇ ਚੇਅਰਮੈਨੀ ਕੀਤੀ ਹੈ। ਸੋ ਇਸ ਕਰਕੇ ਇਹ ਇਕੱਲੀ ਗੱਲ, ਕਿਉਂਕਿ ਅੱਜ ਤੁਹਾਡੇ ਲੋਕਾਂ ਨੂੰ, ਤੁਹਾਨੂੰ ਚਾਰਾਂ ਨੂੰ ਅੱਜ ਕੁਝ ਨਹੀਂ ਦਿਖ ਰਿਹਾ ਸਿਵਾਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕਾਬਜ਼ ਹੋਣ ਦੇ ਇਲਾਵਾ ਤੁਹਾਨੂੰ ਕੁਝ ਨਜ਼ਰ ਨਹੀਂ ਆ ਰਿਹਾ। ਔਰ ਤੁਸੀਂ ਲੋਕ ਇੱਕ ਦੂਜੇ ਦੀ ਗੱਲਾਂ ਨੂੰ, ਕਿਉਂਕਿ ਆਪਣੇ ਆਪ 'ਚ ਘੇਰੇ 'ਚੋਂ
ਤੁਸੀਂ ਆਪਣੇ ਆਪ ਨੂੰ ਬਚਾਉਂਦੇ ਹੋ। ਮੈਂ ਕੱਲ ਦੇਖ ਰਿਹਾ ਸੀ ਕਿ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਜੀ ਕਿ 3 ਸਾਲ ਦੀ ਜਾਂਚ ਹੋਣੀ ਚਾਹੀਦੀ ਹੈ, ਤੇ ਨਾਲ ਹੀ ਫਟਾਫਟ ਕੈਮਰੇ ਮਾਈਕ ਖਿੱਚ ਲਏ ਕਿ ਪਰਮਜੀਤ ਸਿੰਘ ਸਰਨਾ ਨੇ ਕਿਹਾ ਨਹੀਂ ਜੀ 8 ਸਾਲ ਦੀ ਹੋਣੀ ਚਾਹੀਦੀ ਹੈ। ਫਿਰ ਚਲੋ ਇੱਕ ਦੂਜੇ ਨੂੰ ਚੁੰਡੀ ਮਾਰ ਰਹੇ ਨੇ, ਯਾਰ 8 ਸਾਲਾਂ 'ਚ ਤਾਂ ਮਨਜੀਤ ਵੀ ਫਸ ਜਾਏਗਾ। ਸੋ ਮੈਂ ਸਮਝਦਾ ਕਿ ਜਦ ਤੋਂ ਇਹ ਸਕੂਲਾਂ ਦਾ ਮੈਟਰ ਸ਼ੁਰੂ ਹੋਇਆ 2006 ਤੋਂ ਇਹ 6th ਪੇ ਕਮਿਸ਼ਨ ਲੱਗਿਆ ਸੀ, ਇਹਦੀ ਜਦ ਤੋਂ ਕਾਰਵਾਈ ਸ਼ੁਰੂ ਹੋਈ ਹੈ ਸਾਰੀ ਜਾਂਚ ਹੋਣੀ ਚਾਹੀਦੀ ਹੈ। ਔਰ ਇਹ ਜਾਂਚ ਕਰਾਉਣ ਦੇ ਵਿੱਚ ਕੋਈ ਦਿੱਲੀ ਦਾ ਵੱਡਾ ਸਿਆਣੇ ਜਿਹੜੇ ਸਿੱਖ ਹੈਗੇ ਆ ਉਹ ਅੱਗੇ ਆਉਣ, ਅਸੀਂ ਉਹਨਾਂ ਨੂੰ ਕੋਆਪਰੇਟ ਕਰਾਂਗੇ ਔਰ ਉਹਨਾਂ ਨੂੰ ਪੂਰਾ ਸਹਿਯੋਗ ਦੇਵਾਂਗੇ ਕਿ ਇਹਦੀ ਪੂਰੀ ਜਾਂਚ ਕਰੋ ਕਿ ਕਿਸ ਸਮੇਂ ਦੇ ਵਿੱਚ ਇਹ ਪ੍ਰੋਬਲਮਸ ਆਈ ਹੈ। ਔਰ ਜਿਹੜੀ ਕਮੇਟੀ ਨੇ ਪਿਛਲੇ 3 ਸਾਲਾਂ ਦੇ ਵਿੱਚ 80 ਕਰੋੜ ਰੁਪਏ ਦੇ ਉੱਤੇ ਸਕੂਲਾਂ ਦੀ ਮਦਦ ਕੀਤੀ ਹੈ, ਉਹਨਾਂ ਦੇ ਉੱਤੇ ਅੱਜ ਸਟਾਫ ਜਿਸ ਤਰੀਕੇ ਨਾਲ ਵਿਸ਼ਵਾਸ ਕਰਕੇ ਬੈਠਾ ਹੈ, ਮੈਂ ਉਸ ਸਟਾਫ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਜਿਹੜੇ ਜਦ ਤੱਕ ਇਹਨੂੰ ਸਜ਼ਾ ਦਿੱਤੀ ਹੈ ਕਿਹਨੂੰ ਸਰਨੇ ਨੂੰ, ਕੋਈ ਸਵਾਲ ਕਿਸੇ ਦਾ? ਦੇਖੋ ਮੈਂ ਸਮਝਦਾ ਕਿ ਇਹ ਗੱਲ ਨਹੀਂ ਹੁੰਦੀ ਹੈ ਕਿ 4 ਇਕੱਠੇ ਹੋਣ। ਇਹ ਕਈ ਵਾਰ ਇਤਿਹਾਸ 'ਚ ਹੋਇਆ ਇਹੋ ਜਿਹੀ ਗੱਲ ਕਿ ਜਿਸ ਵਕਤ ਕਿਸੇ ਦੇ ਪੱਲੇ ਕੱਖ ਨਹੀਂ ਰਹਿੰਦਾ ਜਾਂ ਸੰਗਤਾਂ ਨਕਾਰ ਦਿੰਦੀਆਂ ਤੇ ਫਿਰ ਉਹ 4 ਹੀ ਰਫਲੀ ਵਜਾਉਣ ਜੋਗੇ ਰਹਿ ਜਾਂਦੇ ਆ। ਮੈਂ ਸਰਨਾ ਸਾਹਿਬ ਦੀ ਕਮੇਟੀ ਦੇ ਕਈ ਮੈਂਬਰ ਇਹੋ ਜਿਹੇ ਵੀ ਨੇ ਜਿਨ੍ਹਾਂ ਦਾ ਧੰਨਵਾਦ ਕਰਾਂਗਾ, ਜਿਨ੍ਹਾਂ ਨੇ ਸਾਡੇ ਤੱਕ ਅਪਰੋਚ ਵੀ ਕੀਤੀ ਹੈ ਔਰ ਇਸ ਗੱਲ ਤੋਂ ਵੀ ਸਾਨੂੰ ਸੁਨਿਸ਼ਚਿਤ ਕਰਾਇਆ ਕਿ ਜਿਹੜੇ ਪਾਸੇ ਸਰਨਾ ਸਾਹਿਬ ਆਪਣੀ ਪਾਰਟੀ ਨੂੰ ਲੈ ਕੇ ਧਕੇਲਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਦੋਖੀ ਨੇ, ਜਿਹੜੇ ਡੇਰਾ ਮਾਫੀ ਦੇ ਦੋਖੀ ਨੇ, ਅਗਰ ਉਹਨਾਂ ਦੇ ਵਿੱਚ ਜਿਹੜੀ ਝੋਲੀ ਜਾ ਕੇ ਬੈਠਣ ਲੱਗਣਗੇ ਤੇ ਅਸੀਂ ਬਿਲਕੁਲ ਇਹਨਾਂ ਦਾ ਸਹਿਯੋਗ ਨਹੀਂ ਦੇਵਾਂਗੇ। ਮੈਂ ਉਹ ਸਤਿਕਾਰਯੋਗ ਮੈਂਬਰ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਦੇਖੋ ਜਿਹੜਾ ਬੰਦਾ ਸਿਰਫ ਤੇ ਸਿਰਫ ਗੁਰੂ ਮਹਾਰਾਜ ਤੇ ਭਰੋਸਾ ਕਰਦਾ ਹੋਏ ਔਰ ਇਸ ਗੱਲ ਨੂੰ ਬਿਲਕੁਲ ਚੇਤੇ ਰੱਖਦਾ ਹੋਏ, ਆਪਣੇ 'ਚ ਮੈਂ ਔਰ ਹੰਕਾਰ ਨਾ ਰੱਖਦਾ ਔਰ ਇੱਕੋ ਗੱਲ ਕਿ ਭਾਈ ਜੀਤ ਮੇਰੀ ਕਿਰਪਾ ਕਰ ਤੇਰੀ, ਇਸ ਮਹਾਰਾਜ ਦੀ ਕਿਰਪਾ ਕਰਕੇ ਇੱਥੇ ਸੇਵਾਦਾਰਾਂ ਦੀ ਇਹ ਟੀਮ ਬੈਠੀ ਹੈ। ਕਿਸੇ ਦੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਹ 4 ਇਕੱਠੇ ਹੋਣ 40 ਇਕੱਠੇ ਹੋਣ, ਜਦ ਤੱਕ ਗੁਰੂ ਘਰ ਦੀ ਸੇਵਾ ਇਮਾਨਦਾਰੀ ਨਾਲ ਕਰ ਰਹੇ ਹਾਂ ਗੁਰੂ ਮਹਾਰਾਜ ਸਾਨੂੰ ਇੱਥੇ ਬਿਠਾਣ। ਜਿਸ ਦਿਨ ਸਾਡੇ ਦਿਲ 'ਚ ਇੱਕ ਦਿਨ ਵੀ ਆਏ ਸਾਨੂੰ ਬਿਲਕੁਲ ਇੱਥੋਂ ਬਾਹਰ ਕੱਢ ਦੇਣ। ਇਸ ਗੱਲ ਦੀ ਅਸੀਂ ਸੰਗਤ ਦੇ ਅੱਗੇ ਵੀ ਵਚਨਬੱਧ ਹਾਂ, ਆਪਣੇ ਗੁਰੂ ਅੱਗੇ ਵੀ ਵਚਨਬੱਧ ਹਾਂ। ਅਰਦਾਸ ਕਰਾ ਕੇ ਉਹਨੂੰ ਆ ਕੇ ਭੁੱਲਾ ਬਖਸ਼ਾਉਣ ਦੀ ਅਰਦਾਸ ਕਰਾਉਣ ਦੀ ਵੀ ਹੈ ਨਾ। ਉੱਥੇ ਕੋਈ ਇਹੋ ਜਿਹਾ ਸਾਨੂੰ ਇਸ ਚੀਜ਼ ਦਾ ਉਤਾਰਾ ਆਇਆ ਕਿ ਕੋਈ ਉੱਥੇ ਅਗਰ ਆਇਆ ਹੁੰਦਾ ਤੇ ਜ਼ਰੂਰ ਦੇਖਦੀ ਰਸੀਦ ਜ਼ਰੂਰ ਨਾਲ ਲੱਗੀ ਹੁੰਦੀ। ਇਸ ਕਰਕੇ ਇਹਦਾ ਵੀ ਅਸੀਂ ਸਪਸ਼ਟੀਕਰਨ ਅਕਾਲ ਤਖਤ ਸਾਹਿਬ ਤੋਂ ਵੀ ਲੈ ਲਾਂਗੇ, ਪੂਰੀ ਇਹਦੀ ਕਲੈਰਿਟੀ ਵੀ ਲੈ ਲਾਂਗੇ ਔਰ ਅਗਰ ਹੈਗੀ ਹੈ ਤਾਂ ਸਰਨਾ ਸਾਹਿਬ ਦਿਖਾ ਦੇਣ ਕਿ ਜੀ ਮੈਂ ਕੀਤੀ, ਕਿਉਂਕਿ ਇਹੋ ਜਿਹੇ ਗੁਨਾਹ ਅਗਰ ਕਿਸੇ ਦੇ ਉੱਤੇ ਲੱਗੇ ਹੋਣ ਤੇ ਉਹਨਾਂ ਨੇ ਜ਼ਰੂਰ ਰਸੀਦ ਸੰਭਾਲ ਕੇ ਰੱਖੀ ਹੋਣੀ ਹੈ ਕਿ ਉਹਨਾਂ ਨੇ ਦੇਖ ਕਰਾਈ ਸੀ ਜਾਂ ਅਰਦਾਸ ਦੀ। ਜਾਂ ਔਰ ਮੈਂ ਸਭ ਤੋਂ ਵੱਡੀ ਗੱਲ ਹੈ ਕਿ ਕੋਈ ਅੱਜ ਮੀਡੀਆ ਅੱਜ ਤੋਂ ਤਾਂ ਸ਼ੁਰੂ ਨਹੀਂ ਹੋਇਆ, ਕਿਸੇ ਪੱਤਰਕਾਰ ਭਰਾ ਨੂੰ ਅਗਰ ਪਤਾ ਹੈ ਤੇ ਦੱਸ ਦੇਣ। ਔਰ ਅਗਰ ਇਹਨਾਂ ਨੇ ਆਪਣੀ ਭੁੱਲਾਂ ਬਖਸ਼ਾਈਆਂ ਤੇ ਮੈਂ ਗੱਲੇ 'ਚ ਪੱਲਾ ਪਾ ਕੇ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦਾ ਹੋਇਆ ਅਰਦਾਸ ਕਰਕੇ ਆਪਣੀਆਂ ਭੁੱਲਾਂ ਬਖਸ਼ਾ ਲਾਂਗਾ ਕਿ ਮੈਂ ਉਹਨਾਂ 'ਤੇ ਗਲਤ ਇਲਜ਼ਾਮ ਲਾਇਆ। ਇਹ ਤਾਂ ਸਰਨਾ ਸਾਹਿਬ ਦੱਸਣਗੇ ਕਿ ਉਹਨਾਂ ਨੇ ਉਸ ਵਕਤ ਭੁੱਲਾਂ ਬਖਸ਼ਾਈਆਂ ਕਿ ਨਹੀਂ ਬਖਸ਼ਾਈਆਂ, ਦੇਖ ਕਰਾਈ ਹੈ ਕਿ ਨਹੀਂ ਕਰਾਈ। ਮਗਰ ਇਸ ਹੁਕਮਨਾਮੇ ਦੇ ਆਧਾਰ ਦੇ ਉੱਤੇ ਉਹਨਾਂ ਨੂੰ 2005 ਤੋਂ ਤਨਖਾਹ ਲੱਗੀ ਹੋਈ ਹੈ। 80,92,185 ਰੁਪਏ। ਅਵਤਾਰ ਸਿੰਘ ਹਿੱਤ ਸਿਰਫ ਤੇ ਸਿਰਫ ਸਕੂਲ ਦਾ ਚੇਅਰਮੈਨ ਸੀ ਔਰ ਉਹਦਾ ਕੋਈ ਲੈਣਾ ਦੇਣਾ ਨਹੀਂ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਸਿਰਫ ਤੇ ਇੱਕੋ ਗੱਲ ਰੱਖਦੇ ਸੀ ਕਿ ਮਨਜੀਤ ਸਿੰਘ ਜੀ ਕੇ ਤੂੰ ਮੈਨੂੰ ਇੱਥੋਂ ਪੈਸੇ ਭੇਜ ਔਰ ਇੱਥੋਂ ਕਿਉਂਕਿ ਪੈਸਾ ਸਕੂਲੋਂ ਟ੍ਰਾਂਸਫਰ ਹੋਏਗਾ ਤੇ 1 ਨੰਬਰ 'ਚ ਹੋਏਗਾ, ਉੱਥੋਂ ਕੈਸ਼ ਕਢਾ ਕੇ ਮਨਜੀਤ ਸਿੰਘ ਨੂੰ ਦਿੱਤਾ ਜਾਂਦਾ ਸੀ। ਇਹ ਮੋਡਸ ਆਪਰੈਂਡੀ ਰਹੀ ਹੈ ਦੋਨਾਂ ਦੀ ਮਿਲੀ ਭਗਤ। ਵਰਨਾ ਮਨਜੀਤ ਸਿੰਘ ਜੀ ਕੇ ਵਰਗੇ ਬੰਦੇ ਨੇ ਅਵਤਾਰ ਸਿੰਘ ਹਿੱਤ ਦੇ ਨਾਲ ਬਿਨਾਂ ਕੋਈ ਵੱਡੇ ਅਹੁਦੇ ਦਿੱਤੇ ਅਵਤਾਰ ਸਿੰਘ ਹਿੱਤ ਕਿੱਦਾਂ ਚੁੱਪ ਰਹਿੰਦਾ? ਸਿਰਫ ਐਸੀ ਕਰਕੇ ਕਿਉਂਕਿ ਇਹ ਗੱਲ ਤੇ ਜਗ ਜ਼ਾਹਿਰ ਹੈ ਕਿ ਅੱਜ ਦਾ ਨਹੀਂ, ਸਨ 2002 ਤੋਂ ਜਦ ਤੋਂ ਸਰਨਾ ਸਾਹਿਬ ਪ੍ਰਧਾਨ ਬਣੇ ਦਿੱਲੀ ਕਮੇਟੀ ਦੇ ਪੇਰੋਲ ਤੇ ਰਿਹਾ। ਇਹ ਬੇਸਿਕਲੀ ਇੱਕ ਪੇਰੋਲ ਤੇ ਰਹਿਣ ਵਾਲਾ ਇੱਕ ਤੇ ਹੁੰਦਾ ਨਾ, ਜਿੱਦਾਂ ਇਹ ਤਨਖਾਹੀਆ ਪੰਥ ਵੱਲੋਂ ਹੋਇਆ ਤੇ ਇਹ ਤਨਖਾਹ ਤੇ ਰਹਿਣ ਵਾਲਾ ਆਦਮੀ ਹੈ ਅਵਤਾਰ ਸਿੰਘ ਇਹ, ਤੇ ਸ਼ੁਰੂ ਤੋਂ ਉਹਨਾਂ ਦੇ ਪੇਰੋਲ ਤੇ ਰਿਹਾ ਔਰ ਭਾਸ਼ਾ ਹਮੇਸ਼ਾ ਸਰਨਾ ਸਾਹਿਬ ਦੀ ਬੋਲਦਾ ਰਿਹਾ। ਸਕੂਲਾਂ ਦਾ ਜਿਹੜਾ 7th ਪੇ ਕਮਿਸ਼ਨ ਦਾ ਫੈਸਲਾ 2 ਜੂਨ ਨੂੰ ਆਣਾ ਇੱਕ ਬੜਾ ਵੱਡਾ ਕ੍ਰਾਈਸਿਸ ਕਹਿ ਸਕਦੇ ਹੈਗਾ, ਕਿਉਂਕਿ 150 ਤੋਂ 200 ਕਰੋੜ ਦੇ ਆਸ-ਪਾਸ ਅਮਾਊਂਟ ਬਣਦਾ। ਜਿਸ ਤਰੀਕੇ ਕੱਲ ਦੀ ਪ੍ਰੈਸ ਕਾਨਫਰੰਸ ਵਿੱਚ ਚਾਰਾਂ ਨੇ ਬੈਠ ਕੇ ਦਾਅਵਾ ਕੀਤਾ ਕਿ ਸਾਡੇ ਕੋਲ ਪਲਾਨ ਹੈ, ਅਸੀਂ ਕਰ ਸਕਦੇ ਹੈਗੇ ਆ। ਚਾਹੇ ਬੇਸ਼ੱਕ ਉਹਨਾਂ ਨੇ ਕਿਹਾ ਕਿ ਤੁਸੀਂ ਛੱਡੋ ਕੁਰਸੀ ਤੇ ਅਸੀਂ ਸੰਭਾਲ ਲਿਆ, ਤੁਹਾਨੂੰ ਲੱਗਦਾ ਨਹੀਂ। ਤੁਸੀਂ ਦਿੱਲੀ ਕਮੇਟੀ ਦੇ ਪ੍ਰੈਜ਼ੀਡੈਂਟ ਤੋਂ ਇੱਕ ਮੌਕਾ ਦੇ ਕੇ ਉਹਨਾਂ ਨੂੰ ਤੁਸੀਂ ਸੱਦਾ ਦਿਓ ਕਿ ਆਓ ਬੈਠ ਕੇ ਇਸ ਮੁੱਦੇ ਤੇ ਡਿਸਕਸ ਕਰੀਏ। ਅਗਰ ਕੋਈ ਉਹਨਾਂ ਕੋਲ ਪਲਾਨ ਹੈ ਉਹਦੇ ਨਾਲ ਫਾਇਦਾ ਹੋ ਸਕਦਾ ਦਿੱਲੀ ਕਮੇਟੀ ਸਕੂਲਾਂ ਨੂੰ। ਪਹਿਲੀ ਗੱਲ ਜਸਵਿੰਦਰ ਜੀ, ਮੈਂ ਤੁਹਾਡਾ ਗੱਲ ਕੁਐਸਚਨ ਸਮਝ ਗਿਆ
ਤੁਸੀਂ ਕਹਿ ਰਹੇ ਹੋ ਕਿ ਮੈਂ ਮੌਕਾ ਦੇਵਾਂ। ਅਰੇ ਭਾਈ, ਜਿਸ ਤਰ੍ਹਾਂ ਨੂੰ ਸੰਗਤ ਨੇ ਮੌਕਾ ਨਹੀਂ ਦਿੱਤਾ, ਜਿਹਨੇ ਸੰਗਤ ਨੇ ਨਕਾਰ ਕੇ ਘਰ ਬਿਠਾਤਾ ਹੈ, ਮੈਂ ਕੌਣ ਹੁੰਦਾ ਉਹਨਾਂ ਨੂੰ ਮੌਕਾ ਦੇਣ ਵਾਲਾ। ਔਰ ਅਗਰ ਉਹਨਾਂ ਕੋਲ ਕੋਈ ਰੋਡ ਮੈਪ ਹੈ ਤੇ ਕਿਆ ਉਹਨਾਂ ਨੂੰ ਸਿਰਫ ਕੁਰਸੀ ਦੀ ਭੁੱਖ ਹੈ ਤਦ ਦੱਸ ਸਕਦੇ ਆ? ਅੱਜ ਪੰਥ ਦੇ ਹਿਤੈਸ਼ੀ ਬੰਦੇ ਆ, ਤੁਸੀਂ ਲਿਆਓ, ਅਸੀਂ ਤੁਹਾਡੇ ਇਸ ਗੱਲ ਨੂੰ ਵੈਲਕਮ ਕਰਦੇ ਆ। ਆਪਾਂ ਜਦ ਮਿਲ ਕੇ 4 ਬੰਦੇ ਕੁਰਸੀ ਤੇ ਇਕੱਠੇ ਬੈਠ ਕੇ ਗੱਲ ਕਰ ਸਕਦੇ ਨੇ ਤੇ ਤੁਸੀਂ 5ਵੇਂ ਨਾਲ ਵੀ ਸ਼ਾਮਿਲ ਹੋ ਜਾਓ, ਲਿਆਓ ਰੋਡ ਮੈਪ, ਅਸੀਂ ਉਸ ਗੱਲ ਨੂੰ ਆਨਰ ਕਰਾਂਗੇ। ਮੈਂ ਇੱਕ ਗੱਲ ਦੱਸਦਾ ਕਿ ਮੈਂ ਤੁਹਾਨੂੰ ਹੁਣੇ ਵੀ ਦੱਸੀ ਹੈ, ਜਿਹੜਾ ਬੰਦਾ 12 ਸਾਲ ਪ੍ਰਧਾਨ ਰਿਹਾ ਹੋਏ, ਜਿਹੜਾ ਬੰਦਾ 6 ਸਾਲ ਪ੍ਰਧਾਨ ਰਿਹਾ ਹੋਏ, ਇਹ ਸਾਰਾ ਕੁਝ ਉਹਨਾਂ ਦੇ ਟੈਨਿਓਰ ਦੇ ਵਿੱਚ ਇੱਕ ਵੀ ਐਫੀਡੇਵਿਟ, ਇੱਕ ਵੀ ਕੋਰਟ ਦੇ ਵਿੱਚ, ਕੱਲ੍ਹ ਮਨਜੀਤ ਸਿੰਘ ਨੇ ਤੁਹਾਨੂੰ ਇਹ ਵੀ ਕਿਹਾ ਕਿ ਇਹਨਾਂ ਨੇ ਕੋਈ ਐਫੀਡੇਵਿਟ ਦਿੱਤਾ। ਮੈਂ ਔਰ ਕਾਲੋ ਸਾਹਿਬ ਬੈਠੇ ਆ, ਅਸੀਂ ਆਪਣੇ ਆਉਣ ਤੋਂ ਬਾਅਦ ਇੱਕ ਵੀ ਕੋਰਟ ਦੇ ਵਿੱਚ ਹਲਫਨਾਮਾ ਨਹੀਂ ਦਿੱਤਾ। ਸਾਡਾ ਮਤਲਬ ਹੀ ਨਹੀਂ ਹੈ, ਕਿਉਂਕਿ ਇਹ ਕੰਟੈਂਪਟ ਜਿਹੜੀ ਲੱਗੀ ਹੈ ਇਹ ਸਰਨਾ ਸਾਹਿਬ ਦੇ ਟੈਨਿਓਰ ਦੀਆਂ ਨੇ ਜਾਂ ਮਨਜੀਤ ਸਿੰਘ ਜੀਕੇ ਦੇ ਟਾਈਮ ਦੇ। ਅਸੀਂ ਤੇ ਆਉਣ ਤੋਂ ਬਾਅਦ 3 ਮਹੀਨਿਆਂ ਦੇ ਵਿੱਚ 8 ਕਰੋੜ ਰੁਪਇਆ ਸਕੂਲ ਨੂੰ ਦਿੱਤਾ ਔਰ ਕੱਲ੍ਹ ਤੋਂ ਹੋਰ ਵੀ ਦੇ ਰਹੇ ਹਾਂ। ਔਰ ਜਿਹੜੀ ਗੱਲ ਮਨਜੀਤ ਸਿੰਘ ਜੀਕੇ ਨੇ ਗੱਲ ਕੀਤੀ ਹੈ ਕਿ ਸਾਡੇ ਕੋਲ ਰੋਡ ਮੈਪ ਹੈ, ਤੇ ਭਈਆ ਉਹ ਰੋਡ ਮੈਪ ਤੂੰ 2000 ਜਦ ਆਇਆ ਸੀ 13 'ਚ ਤਦ ਕਿਉਂ ਨਹੀਂ ਉਹਨੂੰ ਇੰਪਲੀਮੈਂਟ ਕੀਤਾ? ਤੁਹਾਨੂੰ ਕਿਹਾ ਉਸ ਵਕਤ ਵੀ ਸਿਰਸੇ ਨਹੀਂ ਰੋਕਤਾ ਸੀ ਇਸ ਕੰਮ ਦੇ ਉੱਤੇ। ਔਰ ਇਹ ਗੱਲਾਂ ਜਿਹੜੀਆਂ ਬੋਲੀਆਂ ਬਾਹਰ ਖੜੇ ਹੋ ਕੇ ਕਿ ਇਹ ਛੱਡਣ, ਤੇ ਬਈ ਛੱਡਣ ਦੇ ਵਾਸਤੇ ਤੁਹਾਨੂੰ ਅਗਰ ਸੰਗਤ ਨੇ ਲਿਆਇਆ ਹੁੰਦਾ ਅਸੀਂ ਵੈਸੇ ਨਾ ਇੱਥੇ ਆਉਣ ਦੀ ਗੱਲ ਕਰਦੇ। ਅਸੀਂ ਤੇ ਬਾਹਰ ਰਹਿ ਕੇ ਪੂਰਾ ਆਪਣਾ ਆਪੋਜੀਸ਼ਨ ਦਾ ਰੋਲ ਅਪਣਾਉਂਦੇ ਕਿ ਬਈ ਸੰਗਤ ਨੂੰ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ, ਸੰਗਤ ਦਾ ਕੰਮ ਕਰਨ, ਜਿੱਥੇ ਕੋਈ ਗਲਤੀ ਕਰਨਗੇ ਉੱਥੇ ਜ਼ਰੂਰ ਟੋਕਾਂਗੇ। ਮਗਰ ਇਹਨਾਂ ਵਕਤ ਨਹੀਂ ਕਿ ਬਿਨਾਂ ਗਲਤੀਆਂ ਦੇ ਲਗਾਤਾਰ ਰੋਜ਼ ਗੁਰੂ ਘਰ ਦੇ ਕੰਮਾਂ ਦੀ। ਜੇ ਅੱਜ ਮੈਨੂੰ ਅੱਜ ਪ੍ਰੈਸ ਕਾਨਫਰੰਸ ਕਰਕੇ ਮੈਂ ਇਹਨਾਂ ਦਾ ਜਵਾਬ ਦੇ ਰਿਹਾ, ਕੱਲ੍ਹ ਇਹਨਾਂ ਨੇ ਫਿਰ ਇਹ ਕੰਮ ਕਰਨਾ। ਮੈਂ ਇੱਕੋ ਗੱਲ ਦੇ ਉੱਤੇ ਰਹਿ ਗਏ ਅਸੀਂ ਕਿ ਇੱਕ ਦੂਜੇ ਦੀ ਜਵਾਬ ਦੇ ਉੱਤੇ ਇਹਨਾਂ ਨੂੰ ਕਹੋ ਕਿ ਥੋੜੇ ਟਾਈਮ ਬੈਠਣ ਘਰ, ਲੋਕਾਂ ਦੇ ਦਿੱਤੇ ਹੋਏ ਫਤਵੇ ਨੂੰ, ਸੰਗਤ ਦੇ ਫਤਵੇ ਨੂੰ ਗੁਰੂ ਦਾ ਫਰਮਾਨ ਸਮਝਣ ਔਰ ਇਸ ਗੱਲ ਦੇ ਉੱਤੇ ਕਮੇਟੀ ਨੂੰ ਕੰਮ ਕਰਨ ਦੇਣ। ਬੜਾ ਮਜ਼ਾ ਆਏਗਾ ਕਿ ਕੌਮ ਦੀ ਚੜ੍ਹਦੀ ਕਲਾ ਵਾਸਤੇ ਜਿਹੜੀ ਨੌਜਵਾਨਾਂ ਦੀ ਟੀਮ ਬਣੀ ਹੈ, ਬਹੁਤ ਵਧੀਆ ਸਾਡੇ ਜਿਹੜੇ ਪਲਾਨਸ ਹੈਗੇ ਨੇ ਸਾਨੂੰ ਉਹਨੂੰ ਇੰਪਲੀਮੈਂਟ ਕਰਨ ਦੇ। ਮਨਜੀਤ ਸਿੰਘ ਜੀਕੇ ਨੇ ਕੱਲ ਲਗਭਗ ਪ੍ਰੈਸ ਕਾਨਫਰੰਸ ਦਿੱਤੀ ਕਿ 24 ਇੰਸਟਾਲਮੈਂਟਾਂ ਟੀਚਰਾਂ ਦੇ ਨਾਲ 6 ਪੇਜੀਆਂ ਬਣਾਈਆਂ ਗਈਆਂ, ਜਿਹਦੇ ਚੋਂ 20 ਦੇ ਦਿੱਤੀਆਂ ਗਈਆਂ ਸਨ ਤੇ 4 ਤੁਹਾਡੇ ਤੇ ਸਿਰਸਾ ਕੋਲੋਂ ਨਹੀਂ ਦਿੱਤੀਆਂ ਗਈਆਂ। ਉਹਦੇ ਵਿੱਚ ਕਿੰਨੀ ਸੱਚਾਈ? ਮੈਂ ਕਹਿ ਰਿਹਾ ਜੀ ਕਿ ਉਹ 24 ਦਾ ਜਿਹੜਾ ਪਲਾਨ ਔਰ 20 ਜਿਹੜੀ ਉਹਨੇ ਦਿੱਤੀਆਂ, ਇਹਦਾ ਸ਼ਡਿਊਲ ਮੇਰੇ ਕੋਲ ਲੈ ਕੇ ਆ ਜਾਣ। ਮੈਂ ਮਨਜੀਤ ਸਿੰਘ ਦੀ ਹਰ ਗੱਲ ਮੰਨਣ ਨੂੰ ਤਿਆਰ ਹਾਂ ਕਿ 24 ਕਿਸ਼ਤਾਂ ਦੇ ਵਿੱਚ ਟੀਚਰ ਮੰਨ ਗਏ ਔਰ ਇਹਨਾਂ ਨੇ ਪਲਾਨ ਬਣਾ ਕੇ ਦੇ ਦਿੱਤਾ। ਅਰੇ ਇਹਨਾਂ ਕੋਲ ਟਾਈਮ ਕਿਹੜਾ ਸੀ ਪਲਾਨ ਬਣਾਉਣ ਦਾ ਬਾਈ? ਇਹਨਾਂ ਕੋਲ ਬਿੱਲ ਬਣਾਉਣ ਦਾ ਟਾਈਮ ਸੀ, ਜਿਹੜਾ ਸਵੇਰੇ ਆ ਕੇ ਸੂਬੇਦਾਰ ਨਾਲ ਬੈਠ ਕੇ ਸਿਰਫ ਬਿੱਲ ਬਣਾਉਂਦੇ ਸੀ। ਇਹਨਾਂ ਨੇ ਸਕੂਲਾਂ ਵਾਸਤੇ ਕੁਝ ਨਹੀਂ ਕੀਤਾ, ਇਹਨਾਂ ਨੇ ਸਿਰਫ ਨਕਲੀ ਬਿੱਲ ਬਣਾਏ ਨੇ। ਇਹ ਨਕਲੀ ਜਿਹੜਾ ਤੁਹਾਨੂੰ ਇੱਕ ਹੋਰ ਬਣਾ ਕੇ ਦੇ ਰਹੇ ਨੇ। ਸੋ ਮੈਂ ਸਮਝਦਾ ਕਿ ਇਹਨਾਂ ਨੂੰ ਹੁਣ ਜਿਹੜੇ ਸੰਗਤ ਵੱਲੋਂ ਫਤਵਾ ਮਿਲਿਆ ਹੋਇਆ ਇਹਨੂੰ ਸਵੀਕਾਰ ਕਰਕੇ ਘਰ ਬੈਠਣ। ਬਹੁਤ ਵਧੀਆ ਕੁਐਸਚਨ ਤੁਸੀਂ ਪੁੱਛਿਆ। ਨਹੀਂ ਬਿਲਕੁਲ ਠੀਕ ਗੱਲ ਕੀਤੀ ਹੈ ਜੀ। ਦੋ ਸਿਸਟਮ ਹੁੰਦੇ ਆ, ਮੈਂ ਬਲਕਿ ਕਹਾਂਗਾ ਕਿ 3 ਸਿਸਟਮ ਹੁੰਦੇ ਆ ਸਮਾਜ ਦੇ ਵਿੱਚ। ਇੱਕ ਹੁੰਦਾ ਲੀਗਲ, ਇੱਕ ਹੁੰਦਾ ਗੁਰੂ ਦੇ ਪ੍ਰਤੀ ਤੁਹਾਡੀ ਸ਼ਰਧਾ, ਔਰ ਤੀਸਰਾ ਸੰਗਤ ਦਾ ਫਤਵਾ। ਲੀਗਲ FIR ਦਰਜ ਹੋ ਰੱਖੀਆਂ ਨੇ ਬੰਦਿਆਂ ਦੇ ਉੱਤੇ, ਕੋਰਟ ਦੇ ਵਿੱਚ FIR ਦਰਜ ਨੇ, ਹਾਈ ਕੋਰਟ ਦੇ ਵਿੱਚ ਇਹਨਾਂ ਦੇ ਕੇਸ ਚੱਲ ਰਹੇ ਨੇ। ਕਿਧਰੇ ਨਾ ਕਿਧਰੇ ਆਪਣੇ ਉਹਨਾਂ ਪੈਸਿਆਂ ਦੇ ਰਸੂਖ ਦੇ ਨਾਲ, ਕਿਉਂਕਿ ਅੱਜ ਹੁਣ ਬੜਾ ਪੈਸਾ ਸਰਨਾ ਸਾਹਿਬ ਨੇ ਮਨਜੀਤ ਨੂੰ ਦਿੱਤਾ ਇਲੈਕਸ਼ਨਾਂ ਲੜਨ ਵਾਸਤੇ, ਬੜਾ ਪੈਸਾ ਇਕੱਠਾ ਹੋਇਆ, ਉਹਦੇ ਨਾਲ ਤੂੰ ਰੋਕ ਰਿਹਾ। ਗੁਰੂ ਨੂੰ ਤੁਸੀਂ ਕਦੀ ਅੱਜ ਤੱਕ ਪ੍ਰਵਾਨ ਨਹੀਂ ਕੀਤੀ, ਮੰਨਿਆ ਨਹੀਂ। ਔਰ ਤੀਸਰਾ ਸੰਗਤ ਦਾ ਫਤਵਾ ਹੈ। 46 ਸੀਟਾਂ ਦੇ ਇਲੈਕਸ਼ਨ ਲੜਨ ਵਾਲੇ ਬੰਦੇ ਨੂੰ 3 ਸੀਟਾਂ 2.5 ਸੀਟਾਂ ਆਈਆਂ ਉਹਨਾਂ ਦੀਆਂ, ਅੱਧੀ ਸੀਟ ਦਾ ਹਲੇ ਫੈਸਲਾ ਨਹੀਂ ਹੋਇਆ ਕਿਹੜੀ ਪਾਰਟੀ ਤੋਂ ਸੀ। ਉਹ 2.5 ਸੀਟਾਂ ਜਿੱਤ ਕੇ ਆਏ ਹੋਏ ਬੰਦੇ ਨੂੰ ਅਸੀਂ ਹੋਰ ਇਸ ਤੋਂ ਬਾਅਦ ਕੀ ਹੋਏਗਾ? ਇਹ ਸੰਗਤ ਦਾ ਵੀ ਫਤਵਾ ਨਹੀਂ ਮੰਨ ਰਹੇ, ਗੁਰੂ ਦਾ ਭੈ ਨਹੀਂ ਹੈ ਔਰ ਕੋਰਟ ਦੀ ਲੜਾਈ ਲੜ ਰਹੇ ਆ। ਇਸ ਤੋਂ ਵਧੀਆ ਤੇ ਐਗਜ਼ਾਮਪਲ ਤੁਸੀਂ ਬਹੁਤ ਵਧੀਆ ਕੁਐਸਚਨ ਪੁੱਟ ਅਪ ਕੀਤਾ, ਮੈਂ ਤੁਹਾਡਾ ਥੈਂਕਸ ਕਰਾਂਗਾ। ਇਹ ਸੰਗਤ ਦੇ ਵਿੱਚ ਵੀ ਬਹੁਤ ਵਧੀਆ ਕਲੈਰਿਟੀ ਹੋਣੀ ਚਾਹੀਦੀ। ਇੱਕ ਰੈਜ਼ੋਲੂਸ਼ਨ ਪਾਸ ਹੁੰਦਾ ਹੈ, ਉਸ ਰੈਜ਼ੋਲੂਸ਼ਨ ਸੰਗਤ ਪੂਰੀ ਬੈਠ ਕੇ ਪਾਸ ਕਰਦੀ ਹੈ, ਉਹਦੇ ਵਿੱਚ ਤੁਸੀਂ ਅਗਰ ਉਹਨੂੰ ਪੜ੍ਹਦੇ ਹੋ ਉਹ ਹਾਈ ਕੋਰਟ 'ਚ ਵੀ ਮਾਨਯ ਹੁੰਦਾ। ਬਿਲਕੁਲ, ਤੁਹਾਡੀ ਨੌਲੇਜ 'ਚ ਨਹੀਂ ਹੈ। ਪੂਰੀ ਸੰਗਤ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕੋ ਅੱਜ ਤੱਕ 50 ਸਾਲ ਦੇ ਇਤਿਹਾਸ ਵਿੱਚ ਇੱਕੋ ਗੱਲ ਹੋਈ ਅੱਜ ਤੱਕ ਇੱਕੋ ਵਾਰ ਕਿ ਪੂਰੇ ਜਰਨਲ ਹਾਊਸ ਦੇ ਵਿੱਚ ਚੋਰੀ ਦੇ ਇਲਜ਼ਾਮ ਦੇ ਵਿੱਚ ਮਨਜੀਤ ਸਿੰਘ ਦੀ ਮੈਮਰੀ ਖਤਮ ਕਰਨ ਵਾਸਤੇ ਅਰਜ਼ ਭੇਜੀ ਗਈ ਹੈ। ਇਹ ਕੋਰਟਾਂ ਦਾ ਕੰਮ ਹੈ ਔਰ ਸਾਡੇ ਇੱਕ ਜਿਹੜਾ ਐਕਟ ਦੇ ਰੂਲਸ ਨੇ ਉਹਦੇ ਵਿੱਚ ਕਈ ਕੰਪਲਿਕੇਸ਼ਨਸ ਆ ਜਾਂਦੀਆਂ, ਮਗਰ ਪ੍ਰਧਾਨਗੀ ਤੋਂ ਵੀ ਜਿਹਨੂੰ ਲਾਇਆ ਗਿਆ ਕਰਪਸ਼ਨ ਵਿੱਚ ਇੱਕੋ ਪ੍ਰਧਾਨ ਹੈ। ਸੋ ਮੈਂ ਸਮਝਦਾ ਕਿ ਜਵਾਬਦਾਰੀਆਂ ਦੇਣ ਤੋਂ ਪਹਿਲੇ, ਲੋਕਾਂ ਤੇ ਇਲਜ਼ਾਮ ਲਾਉਣ ਤੋਂ ਪਹਿਲੇ ਆਪਣੇ ਗਿਰੇਬਾਨ ਲੋਕਾਂ ਨੂੰ, ਮੈਂ ਦੱਸਿਆ ਨਾ ਉਹੀ ਗੱਲ ਕਿ ਜਿਹੜਾ ਜ਼ਮੀਰ ਹੋਏਗਾ ਉਹ ਰੱਬ ਨੂੰ ਮੰਨਦਾ ਹੋਏਗਾ ਤੇ ਜ਼ਮੀਰ ਵੀ ਉਹ ਜ਼ਰੂਰ ਹੋਏਗਾ। ਸੋ ਸਾਰੀ ਚੀਜ਼ਾਂ ਦੀ ਸਮਾਪਤੀ ਹੋ ਚੁੱਕੀ ਹੈ, ਸਿਵਾਏ ਤੇ ਸਿਰਫ ਇੱਕ ਵੋਕਲ ਜਿਹੜੀ ਇੱਕ ਕਲਾ ਮਿਲੀ ਹੋਈ ਹੈ ਉਹਨਾਂ ਨੂੰ ਬੋਲਣ ਦੀ, ਸਿਰਫ ਉਹੀ ਬੋਲਦੇ ਆ, ਹੋਰ ਕੋਈ ਨਹੀਂ ਹੈਗਾ। ਮਨਜੀਤ ਸਿੰਘ ਜੀਕੇ ਕਹਿੰਦੇ ਮੈਨੂੰ ਸਭ ਤੋਂ ਜ਼ਿਆਦਾ ਦਰਦ ਹੈ ਮੇਰਾ ਬੱਚਾ, ਮੈਂ ਖੁਦ GSPS ਤੇ ਪੜ੍ਹਿਆ ਤੇ ਤੁਹਾਨੂੰ ਕੋਈ ਦਰਦ ਨਹੀਂ, ਕਮੇਟੀ ਨੂੰ ਕੋਈ ਦਰਦ ਨਹੀਂ। ਇਸ ਸਵਾਲ ਨੂੰ ਕਿਵੇਂ ਦੇਖਦੇ ਹੋ? ਦੇਖੋ ਹੁਣ ਮਨਜੀਤ ਸਿੰਘ ਜੀ ਦੇ ਦਰਦ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ,
ਜਦ ਗੋਲਕ ਹੱਥ ਤੋਂ ਚਲੇ ਗਏ ਦਰਦ ਹੀ ਦਰਦ ਹੈ, ਹੋਰ ਤਾਂ ਹੁਣ ਕੀ ਹੈ। ਹੁਣ ਮਨਜੀਤ ਸਿੰਘ ਜੀਕੇ ਜੀ ਆਪਣੇ ਪਿਤਾ ਜੀ ਦਾ ਨਾਮ ਲੈਂਦੇ ਆ ਔਰ ਪਿਤਾ ਜੀ ਨੇ ਮੇਰੇ ਸਕੂਲ ਬਣਾਏ, ਬੜੀ ਹੈਰਾਨੀ ਦੀ ਗੱਲ ਹੁੰਦੀ ਹੈ। ਤੁਸੀਂ ਹੁਣ ਗੱਲ ਛੇੜੀ, ਮੈਂ ਨਹੀਂ ਛੇੜਨਾ ਚਾਹੁੰਦਾ ਸੀ, ਮੈਂ ਆਪਣੀ ਵੀਡੀਓ 'ਚ ਪਾਇਆ। ਉਹ ਪਿਤਾ ਜੀ ਜਿਹੜਾ ਅਵਤਾਰ ਸਿੰਘ ਹਿੱਤ ਦੀ ਅੱਜ ਪਿੱਠ ਠੋਕ ਰਿਹਾ ਹੈ, ਔਰ ਅਵਤਾਰ ਸਿੰਘ ਹਿੱਤ ਖੁਦ ਖੜੇ ਹੋ ਕੇ ਇੱਥੇ ਬੋਲਦਾ ਹੁੰਦਾ ਸੀ ਇਸ ਗੁਰਦੁਆਰਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਦੇ ਵਿੱਚ ਬੈਠ ਕੇ ਕਿ ਜਿਸ ਦਿਨ ਜਥੇਦਾਰ ਸੰਤੋਖ ਸਿੰਘ ਮਰਿਆ, ਮੈਂ ਪੂਰੀ ਦਿੱਲੀ ਦੇ ਵਿੱਚ ਕੌਮ ਦਾ ਗੱਦਾਰ ਮਰਿਆ ਤੇ ਮੈਂ ਪੋਸਟਰ ਲਾਏ, ਔਰ ਮਨਜੀਤ ਅੱਜ ਉਹਦੇ ਨਾਲ ਹੱਥ ਮਿਲਾ ਰਿਹਾ। ਤੋ ਜ਼ਮੀਰ ਕਿੱਥੇ ਰਹਿ ਗਏ ਇਨ ਲੋਕਾਂ ਦੇ? ਜ਼ਮੀਰ ਮਰੇ ਪਏ ਆ ਸਿਰਫ ਤੇ ਸਿਰਫ ਗੁਰੂ ਘਰ ਦੀਆਂ ਗੋਲਕਾਂ ਲੁੱਟਣ ਵਾਸਤੇ, ਉਹਨੂੰ ਹਥਿਆਣ ਵਾਸਤੇ ਇਹੋ ਜਿਹੀਆਂ ਪ੍ਰੈਸ ਕਾਨਫਰੰਸ ਕਰਨੀਆਂ, ਚਾਰੋਂ ਇਕੱਠੇ ਹੋ ਰਿਹਾ ਜੀ ਅਸੀਂ ਪੰਥ ਬੜਾ ਵੱਡਾ ਪੰਥਕ ਤੁਹਾਡੇ 'ਚ ਅੱਜ ਦਰਦ ਜਾਗ ਰਿਹਾ। ਉਸ ਵਕਤ ਕਿਤੇ ਸੀ ਜਦ ਮਗਰ ਨਕਲੀ ਬਿੱਲਾਂ ਤੇ ਸਾਈਨ ਕਰ ਰਿਹਾ ਸੀ, ਤਦ ਨਹੀਂ ਤੁਹਾਨੂੰ ਪਤਾ ਸੀ ਕਿ ਮੈਂ ਇਹ ਪੰਥ ਦਾ ਦਰਦ ਮੇਰੇ 'ਚ ਹੋਣਾ ਚਾਹੀਦਾ ਕਿ ਇਹ ਗੁਰੂ ਘਰ ਦੇ ਉਹਨਾਂ ਲੋਕਾਂ ਦੇ ਪੈਸੇ ਖਾ ਰਿਹਾ ਜਿਹੜੇ ਆਪਣੇ ਬੱਚਿਆਂ ਦੀਆਂ ਅਪਕਮਿੰਗ ਵਾਸਤੇ, ਬੱਚਿਆਂ ਦੇ ਇਲਾਜਾਂ ਵਾਸਤੇ, ਲੋਕ ਆਪਣੇ ਘਰਾਂ ਦੇ ਇਲਾਜਾਂ ਵਾਸਤੇ 10-10 ਰੁਪਏ ਦੀ ਜਦ ਅਰਦਾਸ ਕਰਦੇ ਆ, ਇਹ ਉਹ ਪੈਸਾ ਮਨਜੀਤ ਸਿੰਘ ਦੇ ਘਰ ਗਿਆ ਹੋਇਆ। ਸੋ ਮਨਜੀਤ ਸਿੰਘ ਨੂੰ ਉਹਦਾ ਜਵਾਬ ਦੇਣਾ ਚਾਹੀਦਾ। ਅਦਾਲਤ ਦਾ ਸਹਾਰਾ ਲੈ ਕੇ ਰਣਨੀਤੀ ਬਣਾ ਰਹੇ ਨੇ ਕਿ ਕਮੇਟੀ ਨੂੰ ਨੁਕਸਾਨ ਪਹੁੰਚਾਉਣਾ। ਚਲੋ ਯਾਰ ਜਦ ਪਹੁੰਚਾਣ ਕੇ ਤਾਂ ਦੇਖਾਂਗੇ। ਮੈਂ ਜ਼ਰੂਰ ਕਵਾਂਗਾ ਕਿਉਂਕਿ ਲੰਬੇ ਵੀ ਹੋ ਗਿਆ, ਕਾਲੂ ਸਾਹਿਬ ਵੀ ਜ਼ਰੂਰ ਗੱਲ ਕਰਨ। ਹਾਂ ਚਲੋ ਇੱਕ ਚੀਜ਼ ਹੈ, ਦਿੱਲੀ ਕਮੇਟੀ ਵੱਲੋਂ ਧਰਮ ਪ੍ਰਚਾਰ ਦੇ ਮਕਸਦ ਦੇ ਨਾਲ ਇੱਕ ਪੰਥਕ ਇਤਿਹਾਸ ਰੱਖਿਆ ਗਿਆ, ਕੱਲ ਕੀ ਕੁਛ ਉਹਦੇ ਵਿੱਚ ਖਾਸ ਰਹੇਗਾ? ਦੇਖੋ ਕੱਲ ਤੁਹਾਡੇ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ, ਬਹੁਤ ਵਧੀਆ ਗੱਲ ਕੀਤੀ ਹੈ ਜਸਮੀਤ ਜੀ ਨੇ। ਸਾਰਿਆਂ ਨੂੰ ਬੇਨਤੀ ਹੈ ਕਿ ਬਹੁਤ ਵੱਡਾ ਅਸੀਂ ਇੱਕ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕਰਨ ਜਾ ਰਹੇ ਹਾਂ ਦਿੱਲੀ ਦੇ ਵਿੱਚ, ਔਰ ਇਹਦੇ ਵਿੱਚ ਅਸੀਂ ਕੱਲ ਇੱਕ ਸੰਤ ਸਮਾਜ ਦਾ ਔਰ ਵੱਡੇ ਧਾਰਮਿਕ ਆਗੂਆਂ ਨੂੰ ਇੱਥੇ ਬੁਲਾਇਆ। ਉਹਨਾਂ ਕੋਲੋਂ ਸਲਾਹਾਂ ਲੈ ਕੇ ਰੂਪ ਰੇਖਾ ਬਣਾਈ ਜਾਏਗੀ। ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿਹੜੇ ਬਾਣੀਕਾਰ ਨੇ, ਜਿਨ੍ਹਾਂ ਦੇ 36 ਬਾਣੀਕਾਰਾਂ ਦੇ ਨਾਮ ਦੇ ਉੱਤੇ ਜਿਨ੍ਹਾਂ ਦੇ ਕਲਮ ਨਾਲ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਸਮਰਪਿਤ ਹੈਗੀ ਹੈ, ਸੋ ਉਹਨਾਂ ਸਾਰਿਆਂ ਨੂੰ ਸਮਰਪਿਤ 36 ਸਮਾਗਮ ਵੱਡੇ ਕਰਾਣੇ ਹੈ। ਉਹਨੂੰ ਕਿਸ ਰੂਪ ਰੇਖਾ ਦੇ ਵਿੱਚ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਘਰ ਘਰ ਤੱਕ ਹਰ ਉਸ ਭਗਤ ਦੀ, ਹਰ ਉਸ ਭੱਟ ਦੀ ਇਹ ਬਾਣੀ ਜਿੱਥੇ ਆਪਾਂ ਰੋਜ਼ ਪੜ੍ਹਦੇ ਆ, ਉਹਦੀ ਇਤਿਹਾਸ, ਉਹਦੇ ਬਾਰੇ ਵੀ ਉਹਨਾਂ ਨੂੰ ਪਤਾ ਹੋਏ। ਕਈ ਸਾਡੇ ਆਪਣੇ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿ ਇਹਦੇ ਵਿੱਚ ਕਿਹਦੀ ਬਾਣੀ ਹੈ। ਜੇ ਅਗਰ ਅਸੀਂ ਭਗਤ ਨਾਮਦੇਵ ਦੀ ਗੱਲ ਕਰੀਏ, ਕਿਸੇ ਦੀ ਮੈਂ ਨਾਮ ਇੱਕ ਦਾ ਕੀ ਲੈਣਾ, ਸਾਰਿਆਂ ਦੀ ਗੱਲ ਕਰ ਰਿਹਾ, ਉਹਨਾਂ ਦੇ ਬਾਰੇ ਇਹ ਡਿਟੇਲਸ ਜਾਣੀਆਂ, ਉਹਨਾਂ ਦੇ ਨਾਮ ਦੇ ਉੱਤੇ ਸਮਾਗਮ ਕਰਾਣੇ। ਇਹਦੀ ਰੂਪ ਰੇਖਾ ਬਣਾਉਣ ਵਾਸਤੇ ਅਸੀਂ ਕੱਲ੍ਹ 11 ਵਜੇ ਇੱਥੇ ਮੀਟਿੰਗ ਰੱਖੀ ਹੈ। ਮੀਡੀਆ ਦੇ ਭਰਾਵਾਂ ਨੂੰ ਮੈਂ ਬੇਨਤੀ ਕਰਾਂਗਾ ਕਿ 12-12:15 ਤੱਕ ਤੁਸੀਂ ਆ ਕੇ ਆਪਣੀ ਕਵਰੇਜ ਵੀ ਕਰਨਾ। ਸੰਤ ਮਹਾਂਪੁਰਸ਼ ਆਏ ਹੋਣਗੇ, ਉਹਨਾਂ ਦੀਆਂ ਅਸੀਂ ਜਿਹੜੀਆਂ ਗੱਲਾਂ ਨੇ ਸੰਗਤਾਂ ਤੱਕ ਪਹੁੰਚਾਉਣੀਆਂ, ਉਹਦੀ ਵੀ ਤੁਸੀਂ ਜ਼ਰੂਰ ਦੀ ਕਵਰੇਜ ਕਰਨਾ। ਸਰ ਕੌਣ ਸ਼ਖਸੀਅਤ ਜਿਹੜੀ ਉਹ ਸ਼ਾਮਲ ਹੋਣ ਜਾਂਦੀ ਹੈ? ਦੇਖੋ ਕਈਆਂ ਨੇ ਸਾਨੂੰ ਵਾਅਦੇ ਕੀਤੇ ਨੇ। ਮੈਂ ਜਿੱਥੇ ਆਪਾਂ ਦਮਦਮੀ ਟਕਸਾਲ ਦੇ ਮੁਖੀ ਦੀ ਗੱਲ ਕਰੀਏ, ਜੇ ਹਰਿਆਣਾ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਗੱਲ ਕਰੀਏ, ਨਿਹੰਗ ਸਿੰਘ ਜਥੇਬੰਦੀਆਂ ਦੇ ਪ੍ਰਧਾਨ ਸਾਹਿਬ ਦੀ ਬਾਬਾ ਬਲਬੀਰ ਸਿੰਘ ਉਹਨਾਂ ਦੀ ਗੱਲ ਕਰੀਏ, ਸਾਰਿਆਂ ਨੇ ਸਾਨੂੰ ਹਾਮੀ ਭਰੀ ਹੈ। ਔਰ ਦੇਖਣਾ ਹੈ ਕਿ ਕਿਹਨਾਂ ਨੂੰ ਸ਼੍ਰੋਮਣੀ ਕਮੇਟੀ ਨੇ ਕਿੱਥੇ ਰੋਕਣਾ ਤੇ ਕਿਹਨਾਂ ਨੇ ਆਪਣੇ ਵਿਵੇਕ ਦੇ ਨਾਲ ਇੱਥੇ ਪਹੁੰਚਣਾ।